ਪਿਆਰੇ ਵਿਦਿਆਰਥੀਓ, ਅੱਜ ਅਸੀਂ 9ਵੀਂ ਜਮਾਤ ਦਾ ਨਾਗਰਿਕ ਸ਼ਾਸਤਰ ਦਾ ਪਾਠ ਨੰਬਰ 9 ਵਰਤਮਾਨ ਲੋਕਤੰਤਰ ਦਾ ਇਤਿਹਾਸ, ਵਿਕਾਸ ਅਤੇ ਵਿਸਥਾਰ ਇਸ ਦੇ ਪਾਠ ਦੇ ਵਿੱਚ ਯੂਨਾਨ ਅਤੇ ਰੋਮਨ ਦਾ ਪ੍ਰਾਚੀਨ ਕਾਲ, ਭਾਰਤ ਦਾ ਪ੍ਰਾਚੀਨ ਕਾਲ, ਮੱਧ ਕਾਲ, ਆਧੁਨਿਕ ਕਾਲ ਅਤੇ ਲੋਕਤੰਤਰ ਦਾ ਸੁਨਹਿਰੀ ਯੁੱਗ ਪੜ੍ਹਾਂਗੇ। ਤਾਂ ਇਹ ਸਾਡੀ ਇਹ ਅੱਜ ਦਾ ਸਾਡਾ ਵਿਸ਼ਾ ਹੈ, ਪਾਠ ਨੰਬਰ 9 ਵਰਤਮਾਨ ਲੋਕਤੰਤਰ ਦਾ ਇਤਿਹਾਸ, ਵਿਕਾਸ ਅਤੇ ਵਿਸਥਾਰ। ਅਤੇ ਅਸੀਂ ਇਹਨੂੰ ਸ਼ੁਰੂ ਕਰਦੇ ਹਾਂ। ਤਾਂ ਅਸੀਂ ਜਾਣਦੇ ਹਾਂ ਕਿ ਪ੍ਰਾਚੀਨ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਵਿਸ਼ਵ ਵਿੱਚ ਕਈ ਪ੍ਰਕਾਰ ਦੀਆਂ ਸ਼ਾਸਨ ਪ੍ਰਣਾਲੀਆਂ ਪ੍ਰਚਲਿਤ ਰਹੀਆਂ, ਜਿਨ੍ਹਾਂ ਦੇ ਵਿੱਚ ਰਾਜਤੰਤਰ, ਸੱਤਾਵਾਦੀ, ਸਰਵ ਸੱਤਾਵਾਦੀ, ਤਾਨਾਸ਼ਾਹੀ ਅਤੇ ਸੈਨਿਕ ਤਾਨਾਸ਼ਾਹੀ ਪ੍ਰਮੁੱਖ ਸ਼ਾਸਨ ਪ੍ਰਣਾਲੀਆਂ ਸਨ। ਪਰੰਤੂ ਜਦੋਂ ਅਜੋਕੇ ਅਸੀਂ ਯੁੱਗ ਦੀ ਗੱਲ ਕਰੀਏ ਤਾਂ ਇਹ ਯੁੱਗ ਲੋਕਤੰਤਰ ਦਾ ਯੁੱਗ ਮੰਨਿਆ ਜਾਂਦਾ ਹੈ। ਹਰ ਜਿਹੜੀ ਵੀ ਸਰਕਾਰ ਹੈ ਉਹ ਆਪਣੇ ਆਪ ਨੂੰ ਲੋਕਤੰਤਰੀ ਸਰਕਾਰ ਅਖਵਾਉਣਾ ਪਸੰਦ ਕਰਦੀ ਹੈ। ਦੁਨੀਆ ਭਰ ਦੇ ਬਹੁਗਿਣਤੀ ਦੇਸ਼ ਜਿਹੜੇ ਹੈਗੇ ਉਹਨਾਂ ਨੇ ਲੋਕਤੰਤਰ ਨੂੰ ਅਪਣਾ ਲਿਆ, ਭਾਵੇਂ ਉਹਨਾਂ ਨੇ ਸਿੱਧੇ ਤੌਰ 'ਤੇ ਲੋਕਤੰਤਰ ਨੂੰ ਅਪਣਾਇਆ ਹੋਵੇ ਜਾਂ ਸਿੱਧੇ ਤੌਰ 'ਤੇ। ਤਾਂ ਲੋਕਤੰਤਰੀ ਸ਼ਾਸਨ ਪ੍ਰਣਾਲੀ ਅੱਜ ਦੇ ਯੁੱਗ ਵਿੱਚ ਬਹੁਤ ਹੀ ਹਰਮਨ ਪਿਆਰੀ ਹੋਈ ਹੈ। ਜਿਨ੍ਹਾਂ ਦੇਸ਼ਾਂ ਵਿੱਚ ਲੋਕਤੰਤਰਤਾ ਨੂੰ ਪੂਰੀ ਤਰ੍ਹਾਂ ਨਹੀਂ ਅਪਣਾਇਆ ਗਿਆ, ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਵੀ ਆਪਣੇ ਆਪ ਨੂੰ ਲੋਕਤੰਤਰੀ ਕਹਾਉਣ ਦਾ ਦਾਅਵਾ ਕਰਦੀਆਂ ਹਨ। ਜਿਵੇਂ ਅਸੀਂ ਰੂਸ ਅਤੇ ਚੀਨ ਦੀ ਉਦਾਹਰਨ ਲੈਂਦੇ ਹਾਂ, ਤਾਂ ਰੂਸ ਅਤੇ ਚੀਨ ਵਿੱਚ ਸਾਮਵਾਦੀ ਦਲ ਦੀ ਤਾਨਾਸ਼ਾਹੀ ਹੈ। ਹਰ 5 ਸਾਲ ਬਾਅਦ ਇਹ ਜਿਹੜਾ ਸਾਮਵਾਦੀ ਦਲ ਹੈ ਇਸ ਦੀ ਸਰਕਾਰ ਬਣਦੀ ਹੈ। ਇਹਨਾਂ ਦੇਸ਼ਾਂ ਵਿੱਚ ਵਿਰੋਧੀ ਪਾਰਟੀ ਦੀ ਹੋਂਦ ਨੂੰ ਸਵੀਕਾਰ ਹੀ ਨਹੀਂ ਕੀਤਾ ਜਾਂਦਾ। ਤਾਂ ਪ੍ਰਾਚੀਨ ਕਾਲ ਤੋਂ ਹੁਣ ਤੱਕ ਦਾ ਜਿਹੜਾ ਕਾਲ ਹੈ, ਤਾਂ ਵਿਸ਼ਵ ਵਿੱਚ ਇਹ ਕਈ ਸ਼ਾਸਨ ਪ੍ਰਣਾਲੀਆਂ ਰਹੀਆਂ। ਤਾਂ ਇਹਨਾਂ ਦੇਸ਼ਾਂ ਵਿੱਚ ਵਿਰੋਧੀ ਪਾਰਟੀ ਦੀ ਹੋਂਦ ਨੂੰ ਸਵੀਕਾਰ ਹੀ ਨਹੀਂ ਕੀਤਾ ਜਾਂਦਾ। ਫਿਰ ਵੀ ਇਹ ਦੇਸ਼ ਲੋਕਤੰਤਰੀ ਕਹਾਉਣ ਦਾ ਦਾਅਵਾ ਕਰਦੇ ਹਨ, ਜਦਕਿ ਵਿਰੋਧੀ ਦਲ ਦਾ ਹੋਣਾ ਲੋਕਤੰਤਰੀ ਸ਼ਾਸਨ ਪ੍ਰਣਾਲੀ ਦਾ ਇੱਕ ਮੁੱਖ ਲੱਛਣ ਹੈ। ਜੇ ਵਿਰੋਧੀ ਦਲ ਨਹੀਂ ਹੈਗਾ ਤਾਂ ਉੱਥੇ ਲੋਕਤੰਤਰਤਾ ਨੂੰ ਚਲਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜੇ ਅਸੀਂ ਗੱਲ ਕਰੀਏ ਤਾਂ ਦੂਜੇ ਮਹਾਂਯੁੱਧ ਤੋਂ ਬਾਅਦ ਆਜ਼ਾਦ ਹੋਏ ਏਸ਼ੀਆ ਅਤੇ ਅਫਰੀਕਾ ਦੇ ਦੇਸ਼ਾਂ ਨੇ ਲੋਕਤੰਤਰੀ ਪ੍ਰਣਾਲੀ ਨੂੰ ਹੀ ਅਪਣਾਇਆ ਸੀਗਾ। ਅਮਰੀਕਨ ਲੋਕਤੰਤਰ ਨੂੰ ਹੋਰ ਸਾਰੀਆਂ ਸ਼ਾਸਨ ਪ੍ਰਣਾਲੀਆਂ, ਜਿਵੇਂ ਕਿ ਕਮਿਊਨਿਜ਼ਮ ਚੱਲ ਰਿਹਾ ਸੀ, ਫਾਸੀਵਾਦ ਸੀਗੇ, ਸੱਤਾਵਾਦੀ ਸੀ ਅਤੇ ਤਾਨਾਸ਼ਾਹੀ ਤੋਂ ਇਹਨਾਂ ਨੂੰ ਉੱਤਮ ਮੰਨਦੇ ਸੀ ਲੋਕਤੰਤਰ ਨੂੰ। ਤਾਂ ਪ੍ਰਾਚੀਨ ਕਾਲ ਤੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਉਹ ਲੋਕਤੰਤਰਤਾ ਨੂੰ ਅਹਿਮੀਅਤ ਦਿੱਤੀ ਗਈ। ਇੱਥੋਂ ਤੱਕ ਕਿ ਅਮਰੀਕੀ ਲੋਕ ਵੀ ਜਿਹੜੇ ਹੈਗੇ ਉਹ ਵੀ ਲੋਕਤੰਤਰ ਨੂੰ ਹੀ ਸਾਰੀਆਂ ਸ਼ਾਸਨ ਪ੍ਰਣਾਲੀਆਂ ਤੋਂ ਉੱਤਮ ਮੰਨਦੇ ਸੀ। ਤਾਂ ਅਸੀਂ ਜੇ ਗੱਲ ਕਰੀਏ ਲੋਕਤੰਤਰਤਾ ਦੀ, ਤਾਂ ਯੂਨਾਨ ਅਤੇ ਰੋਮਨ ਦਾ ਪ੍ਰਾਚੀਨ ਕਾਲ ਦੀ ਅਸੀਂ ਗੱਲ ਕਰਾਂਗੇ। ਪਹਿਲਾਂ ਲੋਕਤੰਤਰਤਾ ਦੇ ਇਤਿਹਾਸ ਦੇ ਵਿੱਚ ਝਾਤ ਮਾਰਨ ਤੋਂ ਸਾਨੂੰ ਪੁਰਾਣੇ ਕਾਲ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਜਿਹੜੀ ਚੀਜ਼ ਪ੍ਰਾਪਤ ਹੋਈ ਤਾਂ ਉਹ ਯੂਨਾਨ ਅਤੇ ਰੋਮਨ ਦਾ ਪ੍ਰਾਚੀਨ ਕਾਲ ਹੈ। ਉੱਥੋਂ ਸਾਨੂੰ ਲੋਕਤੰਤਰਤਾ ਦੇ ਬਾਰੇ ਜਾਣਕਾਰੀ ਪ੍ਰਾਪਤ ਹੋਈ ਕਿ ਉਸ ਦੌਰਾਨ ਯੂਨਾਨੀ ਅਤੇ ਰੋਮਨ ਲੋਕ ਜਿਹੜੇ ਹੈਗੇ ਉਹ ਲੋਕਤੰਤਰਤਾ ਨੂੰ ਕਿਵੇਂ ਉਹਨਾਂ ਨੇ ਅਪਣਾਇਆ ਹੋਇਆ ਸੀ ਔਰ ਲੋਕਤੰਤਰਤਾ 'ਤੇ ਕਿਵੇਂ ਕੰਮ ਕਰਦੇ ਸੀ। ਅਤੇ ਵਿਸ਼ਵ ਵਿੱਚ ਲੋਕਤੰਤਰਤਾ ਦਾ ਆਰੰਭ ਜਿਹੜਾ ਹੈਗਾ ਉਹ ਯੂਨਾਨ ਅਤੇ ਰੋਮਨ ਦੇ ਗਣਰਾਜਾਂ ਤੋਂ ਹੋਇਆ। ਪ੍ਰਾਚੀਨ ਯੂਨਾਨ ਦੇ ਨਗਰ ਰਾਜਾਂ ਵਿੱਚ ਸਿੱਧਾ ਜਾਂ ਅਪ੍ਰਤੱਖ ਜਿਹੜਾ ਲੋਕਤੰਤਰ ਪ੍ਰਚਲਿਤ ਸੀ। ਇਹਨਾਂ ਰਾਜਾਂ ਦੀ ਆਬਾਦੀ ਘੱਟ ਹੁੰਦੀ ਸੀ। ਰਾਜ ਦੇ ਨਾਗਰਿਕ ਸਿੱਧੇ ਤੌਰ 'ਤੇ ਪ੍ਰਸ਼ਾਸਨਿਕ ਨੀਤੀਗਤ ਫੈਸਲੇ ਲੈਂਦੇ ਸੀ। ਆਪਣੇ ਰਾਜ ਦੀਆਂ ਜਿੰਨੀਆਂ ਵੀ ਉਹਨਾਂ ਦੀਆਂ ਸਮਾਜਿਕ ਗਤੀਵਿਧੀਆਂ ਸੀਗੀਆਂ, ਉਹਨਾਂ ਦੀਆਂ ਆਰਥਿਕ ਗਤੀਵਿਧੀਆਂ ਅਤੇ ਰਾਜਨੀਤਿਕ ਸਮੱਸਿਆਵਾਂ ਹੱਲ ਕਰਨ ਲਈ ਹਰੇਕ ਨਾਗਰਿਕ ਜਿਹੜਾ ਸੀਗਾ ਉਹ ਕਾਨੂੰਨ ਬਣਾਉਣ ਦੇ ਵਿੱਚ, ਸਰਵਜਨਿਕ ਨੀਤੀਆਂ ਦੇ ਨਿਰਣਾ ਕਰਨ ਦੇ ਵਿੱਚ ਆਪਣਾ ਬਹੁਤ ਵੱਡਾ ਰੋਲ ਅਦਾ ਕਰਦਾ ਸੀ। ਤਾਂ ਰਾਜ ਦਾ ਵਾਰਸ਼ਿਕ ਬਜਟ ਭਾਵੇਂ ਪਾਸ ਕਰਨਾ ਹੋਵੇ ਜਾਂ ਹੋਰ ਕੋਈ ਨਿਰਣੇ ਲੈਣੇ ਹੋਣ ਤਾਂ ਉਸ ਦੇ ਵਿੱਚ ਸਿੱਧੇ ਤੌਰ 'ਤੇ ਸਾਰੇ ਲੋਕ ਭਾਗ ਲੈਂਦੇ ਸੀ। ਪਰ ਇਹ ਜਿਹੜਾ ਲੋਕਤੰਤਰ ਸੀਗਾ ਇਹ ਸੀਮਿਤ ਲੋਕਤੰਤਰ ਸੀ, ਕਿਉਂਕਿ ਇਹਨਾਂ ਨਗਰ ਰਾਜਾਂ ਵਿੱਚ ਸਮਾਜ ਦਾ ਇੱਕ ਬਹੁਤ ਵੱਡਾ ਭਾਗ ਜਿਹੜਾ ਸੀਗਾ ਉਹ ਗੁਲਾਮਾਂ ਦਾ ਸੀ। ਤਾਂ ਉਸ ਦੌਰਾਨ ਗੁਲਾਮਾਂ ਨੂੰ ਯੂਨਾਨ 'ਚ ਵੀ ਅਤੇ ਰੋਮਨ ਦੇ ਵਿੱਚ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਸੀਗੀ। ਉਹਨਾਂ ਗੁਲਾਮਾਂ ਨੂੰ ਗੁਲਾਮ ਹੀ ਰੱਖਿਆ ਜਾਂਦਾ ਸੀਗਾ। ਉਹਨਾਂ ਨੂੰ ਪ੍ਰਸ਼ਾਸਨ ਦੇ ਕੰਮਾਂ ਵਿੱਚ ਭਾਗ ਨਹੀਂ ਲੈਣ ਦਿੱਤਾ ਜਾਂਦਾ ਸੀ। ਰੋਮਨ ਰਾਜਾਂ ਵਿੱਚ ਭਾਵੇਂ ਰਾਜਾ ਲੋਕਾਂ ਦੁਆਰਾ ਚੁਣਿਆ ਜਾਂਦਾ ਸੀ, ਪਰ ਰਾਜਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਆਪਣੀ ਇੱਛਾ ਅਨੁਸਾਰ ਹੀ ਚਲਾਉਂਦਾ ਸੀਗਾ। ਸਿਧਾਂਤਕ ਤੌਰ 'ਤੇ ਰਾਜਾ ਜਿਹੜਾ ਸੀਗਾ ਉਹ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਸੀ, ਪਰ ਅਸਲੀ ਰੂਪ ਵਿੱਚ ਜੇ ਦੇਖਿਆ ਜਾਵੇ ਤਾਂ ਰਾਜਾ ਆਪਣੀ ਇੱਛਾ ਅਨੁਸਾਰ ਹੀ ਪ੍ਰਸ਼ਾਸਨ ਚਲਾਉਂਦਾ ਸੀਗਾ। ਕਿਉਂਕਿ ਰਾਜਾ ਜਿਹੜਾ ਹੈਗਾ ਉਹ ਆਪਣੇ ਆਸ ਰਸੂਖ ਵਾਲੇ ਬੰਦਿਆਂ ਦੇ ਨਾਲ ਹੀ ਆਪਣਾ ਜਿਹੜਾ ਹੈਗਾ ਉਹ ਨੀਤੀਆਂ ਡਿਸਕਸ ਕਰਕੇ, ਉਹਨਾਂ ਨੀਤੀਆਂ ਨੂੰ ਉਹਨਾਂ ਦੇ ਨਾਲ ਚਰਚਾ ਕਰਕੇ ਔਰ ਨਿਰਣਾ ਲੈ ਲੈਂਦੇ ਸੀ ਅਤੇ ਕਾਨੂੰਨ ਬਣਾ ਦਿੰਦੇ ਸੀ।
ਇਸ ਦੇ ਵਿੱਚ ਵੱਡਾ ਹਿੱਸਾ ਜਿਹੜਾ ਲੋਕਤੰਤਰ ਦੇ ਵਿੱਚ ਗੁਲਾਮਾਂ ਦਾ ਸੀਗਾ, ਤਾਂ ਗੁਲਾਮਾਂ ਦੀ ਭਾਗੀਦਾਰੀ ਇਸ ਦੇ ਵਿੱਚ ਬਹੁਤ ਘੱਟ ਸੀਗੀ। ਤਾਂ ਅਸੀਂ ਯੂਨਾਨ ਦੇ ਜਿਹੜੇ ਹੈਗੇ ਆ, ਯੂਨਾਨ ਅਤੇ ਰੋਮਨ ਦਾ ਜਿਹੜਾ ਪ੍ਰਾਚੀਨ ਕਾਲ ਹੈ ਉਹਦੇ ਬਾਰੇ ਅਸੀਂ ਇਹ ਗੱਲ ਕਰ ਰਹੇ ਸੀ। ਤਾਂ ਇਹਨਾਂ ਮਤਲਬ ਯੂਨਾਨ ਦੇ ਜਿਹੜੇ ਜਿੰਨੇ ਵੀ ਨਗਰ ਸੀ, ਉਹਨਾਂ ਦੇ ਜਿੰਨੇ ਵੀ ਰਾਜ ਸੀਗੇ, ਉਹਨਾਂ ਰਾਜਾਂ ਦਾ ਜਿਹੜਾ ਬਜਟ ਪਾਸ ਕਰਨਾ ਹੋਵੇ ਸਿੱਧੇ ਤੌਰ 'ਤੇ ਜਾਂ ਸਿੱਧੇ ਤੌਰ 'ਤੇ, ਉੱਥੇ ਦੀਆਂ ਸਾਰਵਜਨਿਕ ਨੀਤੀਆਂ, ਲੋਕਲ ਉਹਨਾਂ ਦੇ ਕੋਈ ਸੋਸ਼ਲ ਗੈਦਰਿੰਗਸ ਹੈ, ਕੋਈ ਸਮਾਜਿਕ ਸਮੱਸਿਆਵਾਂ ਹਨ, ਕੋਈ ਉਹਨਾਂ ਦੀਆਂ ਰਾਜਨੀਤਿਕ ਸਮੱਸਿਆਵਾਂ ਜਾਂ ਆਰਥਿਕ ਜਿਹੜਾ ਸਮਾਜਿਕ ਅਤੇ ਆਰਥਿਕ ਜਿੰਨੀਆਂ ਵੀ ਕਿਰਿਆਵਾਂ ਸੀਗੀਆਂ, ਉਹ ਸਾਰਿਆਂ ਨੂੰ ਲੈ ਕੇ ਕਾਨੂੰਨ ਬਣਾਉਣ ਵਿੱਚ ਤਾਂ ਰਾਜਾ ਜਿਹੜਾ ਹੈਗਾ ਉਹ ਲੋਕਾਂ ਦੀ ਸਹਿਮਤੀ ਲੈਂਦਾ ਸੀ, ਲੋਕਾਂ ਤੋਂ ਰਾਏ ਲੈਂਦਾ ਸੀ ਔਰ ਲੋਕਾਂ ਤੋਂ ਰਾਏ ਲੈ ਕੇ ਕਾਨੂੰਨ ਬਣਾ ਦਿੱਤਾ ਜਾਂਦਾ ਸੀ। ਪਰ ਵੇਖਣ ਦੇ ਵਿੱਚ ਇਹ ਆਇਆ ਸੀਗਾ ਕਿ ਉਸ ਦੌਰ ਦੇ ਵਿੱਚ ਵੀ ਵੱਡਾ ਹਿੱਸਾ ਜਿਹੜਾ ਗੁਲਾਮਾਂ ਦਾ ਸੀ, ਤਾਂ ਗੁਲਾਮਾਂ ਨੂੰ ਵੋਟ ਪਾਉਣ ਦੀ ਅਗਰ ਗੱਲ ਕਹੀਏ ਜਾਂ ਸਹਿਮਤੀ ਦੇਣ ਦਾ ਕੋਈ ਉਹਨਾਂ ਨੂੰ ਅਧਿਕਾਰ ਨਹੀਂ ਪ੍ਰਾਪਤ ਸੀਗਾ। ਤਾਂ ਗੁਲਾਮਾਂ ਤੋਂ ਜ਼ਿਆਦਾ ਪੁੱਛ ਗਿੱਛ ਨਹੀਂ ਕੀਤੀ ਜਾਂਦੀ ਸੀ ਅਤੇ ਗੁਲਾਮਾਂ ਨੂੰ ਸਿੱਧੇ ਜਾਂ ਸਿੱਧੇ ਤੌਰ 'ਤੇ ਇਸ ਜਿਹੜਾ ਲੋਕਤੰਤਰ ਸੀ ਉਹਦਾ ਭਾਗ ਨਹੀਂ ਬਣਨ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ ਯੂਨਾਨ ਅਤੇ ਰੋਮ ਦਾ ਪ੍ਰਾਚੀਨ ਕਾਲ ਹੈ। ਇਸ ਤੋਂ ਬਾਅਦ ਅਗਰ ਅਸੀਂ ਗੱਲ ਕਰਦੇ ਹਾਂ ਪ੍ਰਾਚੀਨ ਕਾਲ ਦੀ, ਭਾਰਤ ਦੇ ਪ੍ਰਾਚੀਨ ਕਾਲ ਦੀ ਗੱਲ ਕਰੀਏ ਤਾਂ ਭਾਰਤ ਦਾ ਪ੍ਰਾਚੀਨ ਕਾਲ ਦੇ ਵਿੱਚ ਭਾਰਤ ਦੇ ਕੁਝ ਰਾਜ ਸੀਗੇ ਜਿਨ੍ਹਾਂ ਵਿੱਚ ਸਵਰਾਜ ਦੇ ਸਿਧਾਂਤ ਨੂੰ ਅਪਣਾਇਆ ਗਿਆ ਸੀ। ਤਾਂ ਚੌਲ ਵੰਸ਼ ਦੀ ਇੱਥੇ ਜ਼ਿਕਰ ਆਉਂਦਾ ਕਿ ਚੌਲ ਵੰਸ਼ ਦੇ ਜਿਹੜਾ ਰਾਜ ਕਾਲ ਹੈ ਉਹਦੇ ਵਿੱਚ ਹੇਠਲੇ ਪੱਧਰ 'ਤੇ ਲੋਕਤੰਤਰ ਦੀਆਂ ਉਦਾਹਰਨਾਂ ਮਿਲਦੀਆਂ ਹਨ। ਚੌਲ ਰਾਜੇ ਜਿਹੜੇ ਸੀ ਉਹ ਆਪਣੇ ਪ੍ਰਸ਼ਾਸਨ ਨੂੰ ਕੁਸ਼ਲਤਾਪੂਰਵਕ ਚਲਾਉਣ ਲਈ ਰਾਜ ਨੂੰ ਅੱਗੇ ਉਹਨਾਂ ਨੇ ਛੋਟੀਆਂ ਛੋਟੀਆਂ ਇਕਾਈਆਂ ਵਿੱਚ ਵੰਡਿਆ ਹੋਇਆ ਸੀ। ਜਿਹੜੀਆਂ ਰਾਜ ਦੀਆਂ ਇਹ ਛੋਟੀਆਂ ਛੋਟੀਆਂ ਇਕਾਈਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਚੌਲ ਰਾਜਿਆਂ ਨੇ ਆਪਣੇ ਰਾਜ ਨੂੰ ਵੰਡਿਆ ਹੋਇਆ ਸੀ, ਉਹਨਾਂ ਦੇ ਵਿੱਚ ਮੰਡਲਮ ਸੀਗਾ, ਉਹਨਾਂ 'ਚ ਵਲਾਡੂ ਹੁੰਦੇ ਸੀ, ਨਾਇਡੂ ਸੀਗੇ ਅਤੇ ਉਰ। ਅਤੇ ਇਹ ਜਿਹੜੀਆਂ ਮੰਡਲਮ, ਵਲਾਡੂ, ਨਾਇਡੂ ਅਤੇ ਉਰ ਜਿਹੜੇ ਸੀ ਇਹ ਪ੍ਰਸ਼ਾਸਨਿਕ ਇਕਾਈਆਂ ਸੀ। ਇਹ ਉੱਤਰ ਦੇ ਕਰਮ ਅਨੁਸਾਰ ਸੀਗੀਆਂ। ਸਭ ਤੋਂ ਉੱਪਰ ਮੰਡਲਮ ਸੀ, ਫਿਰ ਵਲਾਡੂ, ਫਿਰ ਨਾਇਡੂ ਅਤੇ ਸਭ ਤੋਂ ਹੇਠਾਂ ਉਰ। ਤਾਂ ਇਹ ਉੱਤਰ ਦੇ ਕਰਮ ਅਨੁਸਾਰ ਸੀਗੀਆਂ। ਚੌਲ ਵੰਸ਼ ਦੇ ਜਿਹੜੇ ਰਾਜੇ ਸੀ ਉਹਨਾਂ ਦੀ ਇੱਕ ਖਾਸ ਵਿਸ਼ੇਸ਼ਤਾ ਸੀ ਕਿ ਉਹਨਾਂ ਨੇ ਇਹ ਜਿਹੜੀਆਂ ਇਕਾਈਆਂ ਸੀਗੀਆਂ ਮੰਡਲਮ, ਵਲਾਡੂ, ਨਾਇਡੂ ਅਤੇ ਉਰ, ਇਹਨਾਂ ਨੂੰ ਪ੍ਰਸ਼ਾਸਨਿਕ ਇਕਾਈਆਂ ਨੂੰ ਖੁਦ ਮੁਖਤਿਆਰੀ ਜਾਂ ਸਵੈ ਸ਼ਾਸਨ ਚਲਾਉਣ ਦੀਆਂ ਸ਼ਕਤੀਆਂ ਦਿੱਤੀਆਂ ਹੋਈਆਂ ਸੀ। ਤਾਂ ਚੌਲ ਵੰਸ਼ ਦੇ ਰਾਜੇ ਜਿਹੜੇ ਹੈਗੇ ਉਹਨਾਂ ਨੇ ਮੰਡਲਮ, ਵਲਾਡੂ, ਨਾਇਡੂ ਅਤੇ ਉਰ ਨੂੰ, ਇਹਨਾਂ ਪ੍ਰਸ਼ਾਸਨਿਕ ਇਕਾਈਆਂ ਨੂੰ, ਇਹਨਾਂ ਨੂੰ ਸਵੈ ਸ਼ਾਸਨ ਚਲਾਉਣ ਦੀ ਜਾਂ ਖੁਦ ਮੁਖਤਿਆਰੀ ਦਾ ਰਾਜ ਦਿੱਤਾ ਹੋਇਆ ਸੀਗਾ। ਜਦ ਚੌਲ ਰਾਜਿਆਂ ਦੇ ਸਮੇਂ ਸਥਾਨਕ ਪ੍ਰਬੰਧ ਚਲਾਉਣ ਲਈ ਕਮੇਟੀ ਸਿਸਟਮ ਲਾਗੂ ਕੀਤਾ ਹੋਇਆ ਸੀ ਉਹਨਾਂ ਨੇ। ਤਾਂ ਉਹ ਕਮੇਟੀ ਜਿਹੜੀ ਹੈਗੀ ਉਸ ਕਮੇਟੀ ਨੂੰ ਵਰਿਆਮ ਪ੍ਰਣਾਲੀ ਕਹਿੰਦੇ ਸੀ। ਜਿਹੜੇ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਜਾਂਦੀਆਂ ਸੀ, ਜਿਵੇਂ ਕਿ ਕਰ ਕਮੇਟੀ ਹੋ ਗਈ। ਇਸ ਤੋਂ ਇਲਾਵਾ ਸਫਾਈ ਦਾ ਪ੍ਰਬੰਧ ਕਰਨ ਲਈ ਅਲੱਗ ਕਮੇਟੀ ਬਣਾਈ ਹੋਈ ਸੀ ਉਹਨਾਂ ਨੇ। ਪਾਣੀ ਦੇ ਪ੍ਰਬੰਧ ਲਈ ਅਲੱਗ ਕਮੇਟੀ ਬਣਾਈ ਹੋਈ ਸੀ। ਇਸੇ ਤਰ੍ਹਾਂ ਨਿਆਂ ਲਈ, ਇਨਸਾਫ ਦੇ ਕੰਮਾਂ ਲਈ ਅਲੱਗ ਕਮੇਟੀ ਸੀ। ਤਾਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਸੀ ਉਰ ਸੀ, ਅਤੇ ਸਭ ਤੋਂ ਵੱਡੀ ਇਕਾਈ ਜਿਹੜੀ ਹੈਗੀ ਹੈ ਪ੍ਰਸ਼ਾਸਨ ਦੀ ਉਹ ਮੰਡਲਮ ਸੀ। ਤਾਂ ਉਰ ਜਿਹੜਾ ਸੀਗਾ ਉਹ ਸਭ ਤੋਂ ਛੋਟੀ ਇਕਾਈ ਸੀ, ਜਿਹੜਾ ਕਿ ਅੱਜ ਦੇ ਪਿੰਡਾਂ ਦੀ ਤਰ੍ਹਾਂ ਹੀ ਸੀ। ਇਸ ਦਾ ਪ੍ਰਬੰਧ ਚਲਾਉਣ ਲਈ 30 ਮੈਂਬਰਾਂ ਦੀ ਕਮੇਟੀ 1 ਸਾਲ ਲਈ ਉਰ ਦੇ ਬਾਲਗਾਂ ਦੁਆਰਾ ਚੁਣੀ ਜਾਂਦੀ ਸੀ। ਤਾਂ ਉਰ ਨੂੰ 30 ਵਾਰਡਾਂ ਵਿੱਚ ਵੰਡਿਆ ਜਾਂਦਾ ਸੀਗਾ। ਹਰ ਵਾਰਡ ਵਿੱਚ ਇੱਕ ਮੈਂਬਰ ਚੁਣਿਆ ਜਾਂਦਾ ਸੀ। ਹਰ ਵਾਰਡ ਦੇ ਲੋਕ ਇੱਕ ਤੋਂ ਵੱਧ ਉਮੀਦਵਾਰਾਂ ਦੇ ਨਾਂ ਦੀ ਸਿਫਾਰਿਸ਼ ਕਰਦੇ ਸੀ। ਇਹਨਾਂ ਉਮੀਦਵਾਰਾਂ ਦੇ ਨਾਵਾਂ ਨੂੰ ਪਾਮ ਦੇ ਪੱਤਿਆਂ 'ਤੇ ਲਿਖ ਕੇ ਇੱਕ ਡੱਬੇ 'ਚ ਪਾ ਦਿੱਤਾ ਜਾਂਦਾ ਸੀ। ਇਹ ਇੱਕ ਵੋਟ ਪਾਉਣ ਦਾ ਤਰੀਕਾ ਸੀਗਾ। ਫਿਰ ਡੱਬੇ ਵਿੱਚ ਕੋਈ 30 ਪਾਮ ਦੇ ਪੱਤੇ ਵਾਰੀ-ਵਾਰੀ ਕਿਸੇ ਬੱਚੇ ਦੁਆਰਾ ਕਢਵਾਏ ਜਾਂਦੇ ਸੀ। ਜਿਨ੍ਹਾਂ ਦੇ ਨਾਂ ਬੱਚੇ ਦੁਆਰਾ ਡੱਬੇ ਵਿੱਚੋਂ ਬਾਹਰ ਕੱਢੇ ਜਾਂਦੇ ਸਨ ਉਸ ਨੂੰ ਮੈਂਬਰ ਮੰਨ ਲਿਆ ਜਾਂਦਾ ਸੀ। ਇਸ ਚੋਣ ਢੰਗ ਨੂੰ ਕੁਦੂ ਬੁਲਾਏ ਕਿਹਾ ਜਾਂਦਾ ਸੀ। ਇਸ ਚੋਣ ਢੰਗ ਜਿਹੜੀ ਹੈਗੀ ਇਸ ਨੂੰ ਕੁਦੂ ਬੁਲਾਏ ਕਿਹਾ ਜਾਂਦਾ ਸੀ। ਪਰ ਕੁੱਲ ਮਿਲਾ ਕੇ ਪ੍ਰਾਚੀਨ ਭਾਰਤ ਵਿੱਚ ਲੋਕਤੰਤਰ ਸਥਾਪਿਤ ਨਹੀਂ ਹੋ ਸਕਿਆ ਸੀ। ਪ੍ਰਸ਼ਾਸਨਿਕ ਕਮੇਟੀਆਂ ਪਿੰਡਾਂ ਦਾ ਪ੍ਰਬੰਧ ਚਲਾਉਣ ਲਈ ਫੈਸਲੇ ਆਮ ਤੌਰ 'ਤੇ ਦਰੱਖਤਾਂ ਜਾਂ ਮੰਦਰਾਂ ਦੇ ਵਿਹੜਿਆਂ ਵਿੱਚ ਬੈਠ ਕੇ ਲੈਂਦੀਆਂ ਸੀ। ਤਾਂ ਅਸੀਂ ਗੱਲ ਕੀਤੀ ਹੈ ਕਿ ਪ੍ਰਾਚੀਨ ਕਾਲ ਦੇ ਵਿੱਚ ਭਾਰਤ ਦੇ ਜਿਹੜੇ ਕੁਝ ਰਾਜ ਸੀਗੇ, ਜਿਵੇਂ ਕਿ ਚੌਲ ਰਾਜੇ ਸੀ, ਚੌਲ ਵੰਸ਼ ਦੇ ਰਾਜ ਸੀਗੇ, ਉਹਨਾਂ ਨੇ ਲੋਕਤੰਤਰ ਦੀਆਂ ਉਦਾਹਰਨਾਂ ਉੱਥੇ ਮਿਲਦੀਆਂ। ਤਾਂ ਚੌਲ ਰਾਜਿਆਂ ਨੇ ਆਪਣੇ ਜਿਹੜਾ ਪ੍ਰਸ਼ਾਸਨ ਸੀ ਉਸ ਨੂੰ ਬਹੁਤ ਵਧੀਆ ਸੁਚੱਜੇ ਢੰਗ ਨਾਲ ਕੁਸ਼ਲਤਾਪੂਰਵਕ ਚਲਾਉਣ ਦੇ ਨਾਲ ਅੱਗੇ ਆਪਣੇ ਰਾਜ ਨੂੰ ਛੋਟੀਆਂ ਛੋਟੀਆਂ ਇਕਾਈਆਂ 'ਚ ਵੰਡਿਆ ਹੋਇਆ ਸੀ, ਜਿਸ ਦੇ ਵਿੱਚ ਮੰਡਲਮ ਆ ਗਿਆ, ਵਲਾਡੂ ਆ ਗਿਆ, ਨਾਇਡੂ ਆ ਗਿਆ ਅਤੇ ਉਰ ਆ ਗਿਆ। ਤਾਂ ਉਰ ਜਿਹੜਾ ਹੈਗਾ ਉੱਥੇ ਦੀ ਪ੍ਰਸ਼ਾਸਨਿਕ ਸਭ ਤੋਂ ਛੋਟੀ ਇਕਾਈ ਸੀਗੀ। ਤਾਂ ਪ੍ਰਸ਼ਾਸਨ ਦੀ ਇਸ ਛੋਟੀ ਇਕਾਈ ਜਿਹੜੀ ਇਹ ਪਿੰਡ ਦੇ ਲੈਵਲ ਦੀ ਸੀਗੀ। ਇਸ ਦੇ ਵਿੱਚ ਇਸ ਦਾ ਪ੍ਰਬੰਧ ਚਲਾਉਣ ਲਈ 30 ਮੈਂਬਰਾਂ ਦੀ ਕਮੇਟੀ 1 ਸਾਲ ਲਈ ਚੁਣੀ ਜਾਂਦੀ ਸੀ। ਅਤੇ ਇਹ ਕਮੇਟੀ ਚੁਣਨ ਲਈ ਉੱਥੇ ਦੇ ਬਾਲਗ ਜਿਹੜੇ ਹੈਗੇ ਉਹ ਵੋਟ ਪਾਉਂਦੇ ਸੀ। ਤਾਂ ਉਹ ਪਿੰਡ ਨੂੰ 30 ਵਾਰਡਾਂ 'ਚ ਵੰਡਿਆ ਜਾਂਦਾ ਸੀਗਾ। ਤਾਂ ਉਹ ਹਰ ਵਾਰਡ ਦੇ ਇੱਕ ਇੱਕ ਮੈਂਬਰ ਉਹਨਾਂ ਵਿੱਚ ਚੁਣਿਆ ਜਾਂਦਾ ਸੀ। ਅਤੇ ਹਰ ਵਾਰਡ ਦੇ ਲੋਕ ਜਿਹੜੇ ਹੈਗੇ ਇੱਕ ਤੋਂ ਵੱਧ ਉਮੀਦਵਾਰ ਦੇ ਨਾਂ ਸਿਫਾਰਿਸ਼ ਕਰਦੇ ਸੀ। ਅਤੇ ਇਹ ਉਮੀਦਵਾਰ ਦਾ ਨਾਂ ਜਿਹੜਾ ਹੈਗਾ ਪਾਮ ਦੇ ਪੱਤਿਆਂ 'ਤੇ ਲਿਖ ਕੇ ਡੱਬੇ 'ਚ ਪਾ ਦਿੰਦੇ ਸੀ। ਅਤੇ ਕਿਸੇ ਬੱਚੇ ਤੋਂ 30 ਪਾਮ ਦੇ ਪੱਤੇ ਵਾਰੀ-ਵਾਰੀ ਕਢਵਾ ਕੇ
ਅਤੇ ਉਹ ਬੰਦਿਆਂ ਦੇ ਨਾਂ ਅਨਾਊਂਸ ਕੀਤੇ ਜਾਂਦੇ ਸੀ। ਜਿਨ੍ਹਾਂ ਦੇ ਨਾਂ ਬੱਚੇ ਦੁਆਰਾ ਡੱਬੇ 'ਚੋਂ ਬਾਹਰ ਕੱਢੇ ਜਾਂਦੇ ਸੀ ਉਹਨਾਂ ਨੂੰ ਮੈਂਬਰ ਮੰਨ ਲਿਆ ਜਾਂਦਾ ਸੀਗਾ, ਅਤੇ ਇਸ ਚੋਣ ਢੰਗ ਨੂੰ ਕੁੱਦੂ ਬੁਲਾਏ ਕਿਹਾ ਜਾਂਦਾ ਸੀ। ਪਰ ਕੁੱਲ ਮਿਲਾ ਕੇ ਜੇ ਅਸੀਂ ਗੱਲ ਕਰੀਏ ਤਾਂ ਪ੍ਰਾਚੀਨ ਭਾਰਤ ਵਿੱਚ ਲੋਕਤੰਤਰ ਸਥਾਪਿਤ ਹੀ ਨਹੀਂ ਹੋ ਸਕਿਆ, ਕਿਉਂਕਿ ਪ੍ਰਸ਼ਾਸਨਿਕ ਕਮੇਟੀਆਂ ਪਿੰਡਾਂ ਦਾ ਪ੍ਰਬੰਧ ਚਲਾਉਣ ਲਈ ਫੈਸਲੇ ਆਮ ਤੌਰ 'ਤੇ ਦਰੱਖਤਾਂ ਜਾਂ ਮੰਦਰਾਂ ਦੇ ਵਿਹੜਿਆਂ 'ਚ ਬੈਠ ਕੇ ਲੈਂਦੀਆਂ ਸੀ, ਔਰ ਇਹਦੇ ਵਿੱਚ ਕੋਈ ਜਿਹੜੀ ਕਮੇਟੀ ਸੀ ਉਹਦਾ ਬਹੁਤਾ ਦਖਲ ਨਹੀਂ ਹੁੰਦਾ ਸੀਗਾ। ਤਾਂ ਅੱਗੇ ਪ੍ਰਾਚੀਨ ਕਾਲ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਮੱਧਕਾਲ ਦੀ। ਤਾਂ ਯੂਰਪ ਵਿੱਚ ਮੱਧਕਾਲ 5ਵੀਂ ਸਦੀ ਤੋਂ 7ਵੀਂ ਸਦੀ ਤੱਕ, ਭਾਰਤ ਵਿੱਚ ਮੱਧਕਾਲ ਜਿਹੜਾ ਹੈਗਾ 7ਵੀਂ ਸਦੀ ਤੋਂ 18ਵੀਂ ਸਦੀ ਤੱਕ ਚੱਲਿਆ। ਸਾਮੰਤਵਾਦੀ ਕਾਲ ਜਿਹੜਾ ਹਨੇਰੇ ਦਾ ਯੁੱਗ ਸੀਗਾ। ਤਾਂ ਮੱਧਕਾਲ ਦੇ ਵਿੱਚ ਯੂਰਪ ਦੇ ਵਿੱਚ ਜਿਹੜਾ ਸੀ 5ਵੀਂ ਸਦੀ ਤੋਂ 15ਵੀਂ ਸਦੀ ਤੱਕ ਦੇ ਫਾਸਲੇ ਨੂੰ ਮੱਧਕਾਲ ਦਾ ਯੁੱਗ ਮੰਨਿਆ ਜਾਂਦਾ। ਅਤੇ ਇਸੇ ਤਰ੍ਹਾਂ ਭਾਰਤ ਵਿੱਚ ਇਹ ਕਾਲ ਜਿਹੜਾ ਹੈਗਾ 7ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਮੰਨਿਆ ਜਾਂਦਾ। ਇਸ ਕਾਲ ਨੂੰ ਸਾਮੰਤਵਾਦ ਦਾ ਕਾਲ ਵੀ ਕਿਹਾ ਜਾਂਦਾ। ਸਾਮੰਤਵਾਦ ਦਾ ਮਤਲਬ ਇੱਕ ਅਰਥ ਜਿਹੜਾ ਇਹ ਸਾਮੰਤਵਾਦ ਜਿਹੜਾ ਸੀਗਾ ਇੱਕ ਆਰਥਿਕ ਅਤੇ ਸਮਾਜਿਕ ਵਿਵਸਥਾ ਸੀਗੀ। ਰਾਜਾ ਸਮੰਤਾਂ ਨੂੰ ਭੂਮੀ ਵੰਡ ਦਿੰਦਾ ਸੀਗਾ, ਭੂਮੀ ਬਦਲੇ ਰਾਜਾ ਸਮੰਤਾਂ ਤੋਂ ਸੈਨਿਕ ਅਤੇ ਆਰਥਿਕ ਸਹਾਇਤਾ ਪ੍ਰਾਪਤ ਕਰਦਾ ਸੀ। ਤਾਂ ਰਾਜਾ ਕੀ ਕਰਦਾ ਸੀਗਾ, ਆਪਣੀ ਭੂਮੀ ਜਿਹੜੀ ਹੈਗੀ ਅੱਗੇ ਸਮੰਤਾਂ ਨੂੰ ਵੰਡ ਦਿੰਦਾ ਸੀ, ਔਰ ਭੂਮੀ ਦੇਣ ਦੇ ਬਦਲੇ ਰਾਜਾ ਜਿਹੜਾ ਹੈਗਾ ਉਹ ਸਮੰਤਾਂ ਤੋਂ ਸੈਨਿਕ ਲੈਂਦਾ ਸੀ, ਸੈਨਾ ਲੈਂਦਾ ਸੀ, ਫੌਜ ਲੈਂਦਾ ਸੀ ਅਤੇ ਆਰਥਿਕ ਸਹਾਇਤਾ ਪ੍ਰਾਪਤ ਕਰਦਾ ਸੀ। ਸਮੰਤ ਅੱਗੇ ਕਾਸ਼ਤਕਾਰਾਂ ਨੂੰ ਭੂਮੀ ਵੰਡ ਦਿੰਦੇ ਸੀਗੇ। ਤਾਂ ਮੇਨ ਤੌਰ 'ਤੇ ਮੁੱਖ ਤੌਰ 'ਤੇ ਕਾਸ਼ਤਕਾਰਾਂ ਨੂੰ ਭੂਮੀ ਦੀ ਉਪਜ ਦਾ ਬਹੁਤ ਥੋੜ੍ਹਾ ਹਿੱਸਾ ਦਿੱਤਾ ਜਾਂਦਾ ਸੀ। ਕਾਸ਼ਤਕਾਰ ਮਿਹਨਤ ਵੀ ਕਰਦਾ ਸੀਗਾ ਤਾਂ ਕਮਾਈ ਦਾ ਜ਼ਿਆਦਾ ਹਿੱਸਾ ਕਾਸ਼ਤਕਾਰ ਜਿਹੜਾ ਹੈਗਾ ਉਹਨੂੰ ਸਮੰਤ ਨੂੰ ਦੇਣਾ ਪੈਂਦਾ ਸੀਗਾ। ਤਾਂ ਸਮੰਤ ਅਤਿਆਚਾਰੀ ਹੁੰਦੇ ਸੀ। ਇਸ ਯੁੱਗ ਨੂੰ ਹਨੇਰੇ ਦਾ ਯੁੱਗ ਵੀ ਕਿਹਾ ਜਾਂਦਾ। ਇਸ ਯੁੱਗ ਵਿੱਚ ਲੋਕਤੰਤਰ ਦੇ ਕੋਈ ਅੰਸ਼ ਨਹੀਂ ਮਿਲਦੇ, ਕਿਉਂਕਿ ਆਮ ਜਨਤਾ ਨੂੰ ਕੋਈ ਵੀ ਅਧਿਕਾਰ ਪ੍ਰਾਪਤ ਨਹੀਂ ਸੀਗਾ। ਤਾਂ ਇਸ ਯੁੱਗ ਦੇ ਅੰਤ ਵਿੱਚ ਪੁਨਰ ਜਾਗਰਤੀ ਦੀ ਲਹਿਰ ਸ਼ੁਰੂ ਹੋਈ, ਪਰ ਫਿਰ ਵੀ ਇਸ ਕਾਲ ਦੇ ਵਿੱਚ ਲੋਕਤੰਤਰ ਦਾ ਉਭਾਰ ਨਹੀਂ ਹੋ ਸਕਿਆ, ਕਿਉਂਕਿ ਇਸ ਦੇ ਯੁੱਗ ਦੇ ਹਾਲਾਤ ਸਾਮੰਤਵਾਦ ਦੇ ਪੱਖ ਵਿੱਚ ਸਨ। ਤਾਂ ਸਾਮੰਤ ਜਿਹੜੇ ਹੈਗੇ ਉਹ ਆਰਥਿਕ ਅਤੇ ਸਮਾਜਿਕ ਵਿਵਸਥਾ ਕਰਦੇ ਸੀ। ਤਾਂ ਰਾਜਾ ਸਮੰਤਾਂ ਨੂੰ ਆਪਣੀ ਭੂਮੀ ਦੇ ਦਿੰਦਾ ਸੀ, ਅਤੇ ਭੂਮੀ ਦੇ ਬਦਲੇ ਰਾਜਾ ਸਮੰਤਾਂ ਤੋਂ ਸੈਨਾ ਵੀ ਪ੍ਰਾਪਤ ਕਰਦਾ ਸੀ, ਫੌਜ ਪ੍ਰਾਪਤ ਕਰਦਾ ਸੀ, ਅਤੇ ਨਾਲ ਹੀ ਆਰਥਿਕ ਸਹਾਇਤਾ ਪ੍ਰਾਪਤ ਕਰਦਾ ਸੀ। ਸਮੰਤ ਅੱਗੇ ਜਿਹੜੇ ਹੈਗੇ ਆਪਣੀ ਭੂਮੀ ਨੂੰ ਕਾਸ਼ਤਕਾਰਾਂ ਤੱਕ ਦੇ ਦਿੰਦੇ ਸੀ, ਅੱਗੇ ਵੰਡ ਦਿੰਦੇ ਸੀ। ਤਾਂ ਕਾਸ਼ਤਕਾਰ ਕਰਦਾ ਸੀ, ਖੇਤੀ ਕਰਦਾ ਸੀਗਾ, ਔਰ ਖੇਤੀ ਦੇ ਬਦਲੇ ਕਾਸ਼ਤਕਾਰ ਨੂੰ ਬਹੁਤ ਥੋੜ੍ਹਾ ਹਿੱਸਾ ਮਿਲਦਾ ਸੀ। ਜ਼ਿਆਦਾ ਹਿੱਸਾ ਜਿਹੜਾ ਹੈਗਾ ਉਹ ਸਮੰਤ ਉਹਦੇ ਕੋਲੋਂ ਲੈ ਜਾਂਦੇ ਸੀ। ਤਾਂ ਸਮੰਤ ਅਤਿਆਚਾਰੀ ਵੀ ਹੁੰਦੇ ਸੀ। ਅਤੇ ਇਸੇ ਕਰਕੇ ਇਹ ਜਿਹੜਾ ਯੁੱਗ ਸੀਗਾ ਮੱਧਕਾਲ ਦਾ ਯੁੱਗ, ਇਸ ਯੁੱਗ ਨੂੰ ਜਿਹੜਾ ਹੈਗਾ ਉਹ ਕੋਈ ਬਹੁਤਾ ਵਧੀਆ ਯੁੱਗ ਨਹੀਂ ਕਿਹਾ ਜਾਂਦਾ। ਅਤੇ ਇਹ ਯੁੱਗ ਜਿਹੜਾ ਹੈਗਾ ਉਹ ਬਹੁਤ ਪਿੱਛੇ ਲੈ ਕੇ ਗਿਆ ਦੁਨੀਆ ਨੂੰ। ਇਸ ਯੁੱਗ ਦੇ ਅੰਤ ਵਿੱਚ ਪੁਨਰ ਜਾਗਰਤੀ ਦੀ ਲਹਿਰ ਸ਼ੁਰੂ ਹੋਈ, ਪਰ ਫਿਰ ਵੀ ਇਹ ਕਾਲ ਦੇ ਲੋਕਤੰਤਰ ਦਾ ਉਭਾਰ ਨਹੀਂ ਹੋ ਸਕਿਆ, ਕਿਉਂਕਿ ਇਸ ਯੁੱਗ ਦੇ ਹਾਲਾਤ ਜਿਹੜੇ ਸੀਗੇ ਉਹ ਸਾਮੰਤਵਾਦ ਦੇ ਪੱਖ ਵਿੱਚ ਸਨ। ਤਾਂ ਅੱਗੇ ਅਸੀਂ ਗੱਲ ਕਰਦੇ ਹਾਂ ਆਧੁਨਿਕ ਯੁੱਗ ਦੀ, ਆਧੁਨਿਕ ਕਾਲ ਦੀ। ਤਾਂ ਆਧੁਨਿਕ ਕਾਲ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਰਾਜਿਆਂ ਦੀਆਂ ਜਿਹੜੀਆਂ ਨਿਰੰਕੁਸ਼ ਦਮਨਕਾਰੀ ਨੀਤੀਆਂ ਸੀ ਉਹਨਾਂ ਦੇ ਵਿਰੁੱਧ ਯੂਰਪ ਵਿੱਚ ਵਿਰੋਧੀ ਪ੍ਰਤੀਕਿਰਿਆ ਸ਼ੁਰੂ ਹੋ ਗਈ। ਮੌਂਟੈਸਕਿਓ, ਵੋਲਟੇਅਰ ਅਤੇ ਰੂਸੋ ਵਰਗੇ ਵਿਦਵਾਨ ਜਿਹੜੇ ਨਵੇਂ ਵਿਚਾਰ ਉਹਨਾਂ ਨੇ ਲਿਆਂਦੇ ਅਤੇ ਉਹਨਾਂ ਨੇ ਰਾਜਿਆਂ ਦੀ ਜਨਤਾ ਉੱਤੇ ਪਕੜ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਰਾਜਿਆਂ ਦੇ ਜਿਹੜੇ ਦੈਵੀ ਅਧਿਕਾਰ ਸੀਗੇ, ਰਾਜਿਆਂ ਦੇ ਦੈਵੀ ਅਧਿਕਾਰਾਂ ਨੂੰ ਇੰਗਲੈਂਡ ਦੀ ਸੰਸਦ ਦੇ ਵਿੱਚ ਚੁਣੌਤੀ ਦੇ ਦਿੱਤੀ ਗਈ। ਇਸੇ ਤਰ੍ਹਾਂ ਰਾਜਤੰਤਰ ਨੂੰ ਸੰਵਿਧਾਨਿਕ ਬਣਾਉਣ ਦੇ ਉਦੇਸ਼ ਨਾਲ ਰਾਜੇ ਦੀਆਂ ਸ਼ਕਤੀਆਂ ਨੂੰ ਕਾਫੀ ਹੱਦ ਤੱਕ ਸੀਮਿਤ ਕਰ ਦਿੱਤਾ। ਤਾਂ ਅਖੀਰ ਵਿੱਚ ਹੋਇਆ ਕਿ ਸੰਸਦੀ ਲੋਕਤੰਤਰ ਦੀ ਜਿੱਤ ਹੋਈ। ਇੰਗਲੈਂਡ ਨੇ ਦੁਨੀਆ ਦੇ ਲੋਕਾਂ ਨੂੰ ਸੰਸਦੀ ਲੋਕਤੰਤਰ ਅਪਣਾਉਣ ਦੀ ਪ੍ਰੇਰਿਆ ਅਤੇ ਲੋਕਤੰਤਰੀ ਆਦਰਸ਼ ਨੂੰ ਸਥਾਪਿਤ ਕੀਤਾ। ਤਾਂ ਇੱਥੇ ਜੇ ਲੋਕਤੰਤਰ ਦੇ ਵਿੱਚ ਅਸੀਂ ਸ਼ਾਸਨ ਕਰਨ ਦੀ ਅੰਤਿਮ ਸ਼ਕਤੀ ਦੇ ਬਾਰੇ ਗੱਲ ਕਰੀਏ ਤਾਂ ਲੋਕਤੰਤਰ ਵਿੱਚ ਸ਼ਾਸਨ ਕਰਨ ਦੀ ਅੰਤਿਮ ਸ਼ਕਤੀ ਲੋਕਾਂ ਦੇ ਚੁਣੇ ਹੋਏ ਨੇਤਾਵਾਂ ਕੋਲ ਹੁੰਦੀ ਹੈ। ਲੋਕਾਂ ਨੂੰ ਆਪਣੀ ਪਸੰਦ ਦਾ ਨੇਤਾ ਚੁਣਨ ਦੀ ਆਜ਼ਾਦੀ ਹੁੰਦੀ ਹੈ, ਅਤੇ ਲੋਕਤੰਤਰ ਪ੍ਰਣਾਲੀ ਵਿੱਚ ਜਨਤਕ ਪ੍ਰਭੂ ਸੱਤਾ ਦਾ ਸਿਧਾਂਤ ਲਾਗੂ ਹੁੰਦਾ ਹੈ। ਇਸ ਤੋਂ ਭਾਵ ਇਹ ਹੋਇਆ ਕਿ ਮਤਲਬ ਲੋਕਤੰਤਰ ਵਿੱਚ ਪ੍ਰਭੂ ਸੱਤਾ ਅਸਲ ਵਿੱਚ ਸਾਰੇ ਲੋਕਾਂ ਕੋਲ ਹੁੰਦੀ ਹੈ। ਲੋਕ ਜਿਹੜੇ ਹੈਗੇ ਉਹ ਆਪਣੇ ਰਾਏ ਦਾ ਉਹਨਾਂ ਨੂੰ ਅਖਤਿਆਰ ਹੁੰਦਾ ਹੈ। ਲੋਕਾਂ ਨੂੰ ਇਹ ਹੱਕ ਹਾਸਲ ਹੁੰਦਾ ਕਿ ਉਹ ਆਪਣੀ ਰਾਏ ਜਿਹੜੀ ਹੈਗੀ, ਆਪਣੀ ਵੋਟ, ਆਪਣਾ ਸਹਿਮਤੀ ਕਿਸੇ ਨੂੰ ਵੀ ਦੇ ਸਕਦੇ ਨੇ। ਤਾਂ ਇਸ ਲਈ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਕਿਹਾ ਸੀਗਾ ਕਿ ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੁੰਦੀ ਹੈ। ਲੋਕਤੰਤਰ ਪ੍ਰਣਾਲੀ ਵਿੱਚ ਕਾਨੂੰਨ ਦਾ ਸ਼ਾਸਨ ਹੁੰਦਾ ਅਤੇ ਲੋਕਾਂ ਦੁਆਰਾ ਬਣਾਏ ਸੰਵਿਧਾਨ ਨੂੰ ਕਾਨੂੰਨੀ ਪੱਖ ਤੋਂ ਸਰਵਉੱਚਤਾ ਪ੍ਰਾਪਤ ਹੁੰਦੀ ਹੈ। ਤਾਂ ਲੋਕਤੰਤਰ ਪ੍ਰਣਾਲੀ ਦੀ ਜੇ ਅਸੀਂ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਸੀਲੇ ਨੇ ਇਹਦੀ ਡੈਫੀਨੇਸ਼ਨ ਦਿੱਤੀ ਸੀ। ਸੀਲੇ ਅਨੁਸਾਰ ਜਿਹੜਾ ਸੀਗਾ ਲੋਕਤੰਤਰ ਅਜਿਹੀ ਸਰਕਾਰ ਹੈ ਜਿਸ ਵਿੱਚ ਹਰ ਇੱਕ ਵਿਅਕਤੀ ਦਾ ਹਿੱਸਾ ਹੁੰਦਾ। ਸੀਲੇ ਨੇ ਕਿਹਾ ਸੀਗਾ ਕਿ ਲੋਕਤੰਤਰ ਅਜਿਹੀ ਸਰਕਾਰ ਹੈ ਜਿਸ ਦੇ ਵਿੱਚ ਹਰ ਇੱਕ ਵਿਅਕਤੀ ਦਾ ਹਿੱਸਾ ਹੁੰਦਾ। ਇਸੇ ਤਰ੍ਹਾਂ ਯੂਨਾਨ ਦੇ ਪ੍ਰਸਿੱਧ ਲੇਖਕ ਹੈਰੋਡੋਟਸ ਨੇ ਲਿਖਿਆ ਸੀਗਾ ਕਿ ਪ੍ਰਜਾਤੰਤਰ ਇੱਕ ਅਜਿਹਾ ਸ਼ਾਸਨ ਹੈ ਜਿਸ ਵਿੱਚ ਸਭ ਤੋਂ ਉੱਚੀ ਸ਼ਕਤੀ ਲੋਕਾਂ ਕੋਲ ਹੁੰਦੀ ਹੈ। ਮਤਲਬ ਪ੍ਰਜਾਤੰਤਰ ਦੇ ਵਿੱਚ ਜੇ ਲੋਕਾਂ ਕੋਲ ਉੱਚੀ ਸ਼ਕਤੀ ਨਹੀਂ ਹੈਗੀ ਤਾਂ ਉਹ ਪ੍ਰਜਾਤੰਤਰ ਨਹੀਂ ਹੈਗਾ। ਸਭ ਤੋਂ ਉੱਚੀ ਸ਼ਕਤੀ ਜਿਹੜੀ ਹੈਗੀ ਉਹ ਲੋਕਾਂ ਕੋਲ ਹੁੰਦੀ ਹੈ। ਇਸੇ ਤਰ੍ਹਾਂ ਲਾਰਡ ਬ੍ਰਾਈਸ ਨੇ ਕਿਹਾ ਸੀਗਾ, ਲਾਰਡ ਬ੍ਰਾਈਸ ਅਨੁਸਾਰ ਲੋਕਤੰਤਰ ਉਹ ਸ਼ਾਸਨ ਹੈ
ਜਿਸ ਵਿੱਚ ਰਾਜੇ ਦੀ ਸ਼ਕਤੀ ਜਿਹੜੀ ਹੈਗੀ ਉਹ ਕਿਸੇ ਵਿਸ਼ੇਸ਼ ਸ਼੍ਰੇਣੀ ਜਾਂ ਸ਼੍ਰੇਣੀਆਂ ਦੇ ਹੱਥਾਂ ਵਿੱਚ ਨਹੀਂ ਹੁੰਦੀ, ਸਗੋਂ ਸਮੁੱਚੇ ਸਮਾਜ ਦੇ ਹੱਥਾਂ ਵਿੱਚ ਹੁੰਦੀ ਹੈ। ਸਾਰੇ ਲੋਕ ਜਿਹੜੇ ਹੈਗੇ ਆ ਉਹ ਇਕੱਠੇ ਹੋ ਕੇ ਆਪਣਾ ਰਾਜਾ ਚੁਣਦੇ ਆ। ਇਸੇ ਤਰ੍ਹਾਂ ਅਮਰੀਕਾ ਵਿੱਚ ਸਥਾਪਿਤ ਜਿਹੜੇ ਅੰਗਰੇਜ਼ ਬਸਤੀਆਂ ਨੇ ਅੰਗਰੇਜ਼ਾਂ ਦਾ ਨਿਰੰਕੁਸ਼ ਤੰਤਰ ਜਿਹੜਾ ਸੀ, ਨਿਰੰਕੁਸ਼ ਤੰਤਰ ਦੇ ਵਿਰੁੱਧ ਆਵਾਜ਼ ਉਠਾਈ। 1775 ਤੋਂ ਲੈ ਕੇ 1783 ਤੱਕ ਦੀ ਕ੍ਰਾਂਤੀ ਤੋਂ ਬਾਅਦ ਅੰਗਰੇਜ਼ ਹਕੂਮਤ ਤੋਂ ਆਜ਼ਾਦੀ ਪ੍ਰਾਪਤ ਉਹਨਾਂ ਨੇ ਕੀਤੀ। ਸੰਯੁਕਤ ਰਾਜ ਅਮਰੀਕਾ ਨੇ ਜਨਤਕ ਪ੍ਰਭੂਸੱਤਾ ਦੇ ਆਧਾਰਾਂ 'ਤੇ ਪਿੱਠ ਭੂਮੀ ਤਿਆਰ ਕੀਤੀ। ਅਮਰੀਕਾ ਨੇ ਲੋਕਤੰਤਰੀ ਸੰਵਿਧਾਨ ਦੀ ਰਚਨਾ ਕੀਤੀ ਅਤੇ ਫਰਾਂਸ ਵਿੱਚ ਜਿਹੜੀ ਸੀਗੀ ਉਹ ਫਰਾਂਸ ਦੀ ਕ੍ਰਾਂਤੀ ਤੋਂ ਬਾਅਦ ਰਾਜਤੰਤਰ ਉੱਥੇ ਖਤਮ ਹੋ ਗਿਆ ਅਤੇ ਫਰਾਂਸ ਜਿਹੜਾ ਸੀਗਾ ਉਹ ਗਣਤੰਤਰ ਦੇਸ਼ ਬਣ ਗਿਆ। ਫਰਾਂਸ ਨੇ ਲੋਕਤੰਤਰ ਪ੍ਰਣਾਲੀ ਨੂੰ ਚੁਣਿਆ ਸੀਗਾ। ਇਹ ਸੀਗੀ ਆਧੁਨਿਕ ਕਾਲ ਦੀ ਗੱਲ। ਤਾਂ ਆਧੁਨਿਕ ਕਾਲ ਦੇ ਰਾਜਿਆਂ ਦੀ ਜਿਹੜੀ ਨਿਰੰਕੁਸ਼ ਅਤੇ ਦਮਨਕਾਰੀ ਨੀਤੀਆਂ ਦਾ ਵਿਰੋਧ ਸੀਗਾ ਉਹ ਯੂਰਪ ਦੇ ਵਿੱਚ ਉਹਦੀ ਵਿਰੋਧੀ ਪ੍ਰਕਿਰਿਆ ਸ਼ੁਰੂ ਹੋਈ। ਅਤੇ ਮੌਨਟੈਸਕਿਊ ਅਤੇ ਵੋਲਟੇਅਰ ਅਤੇ ਰੂਸੋ ਵਰਗੇ ਜਿਹੜੇ ਵਿਦਵਾਨ ਸੀ ਉਹਨਾਂ ਨੇ ਨਵੇਂ ਵਿਚਾਰ ਦਿੱਤੇ। ਤਾਂ ਰਾਜਿਆਂ ਦੇ ਦੈਵੀ ਅਧਿਕਾਰ ਜਿਹੜੇ ਸੀਗੇ ਉਹਨਾਂ ਨੂੰ ਵੀ ਘਟਾਇਆ ਗਿਆ ਅਤੇ ਉਹਨਾਂ ਨੂੰ ਇੰਗਲੈਂਡ ਦੀ ਸੰਸਦ ਦੇ ਵਿੱਚ ਚੁਣੌਤੀ ਦੇ ਦਿੱਤੀ ਗਈ। ਤਾਂ ਪਿਆਰੇ ਬੱਚਿਓ, ਰਾਜਤੰਤਰ ਨੂੰ ਸੰਵਿਧਾਨਕ ਬਣਾਉਣ ਦੇ ਉਦੇਸ਼ ਨਾਲ ਰਾਜੇ ਦੀਆਂ ਸ਼ਕਤੀਆਂ ਨੂੰ ਕਾਫੀ ਹੱਦ ਤੱਕ ਸੀਮਿਤ ਕਰ ਦਿੱਤਾ ਗਿਆ। ਰਾਜਤੰਤਰ ਸੰਭਵ ਹੀ ਤਾਂ ਸੀਗਾ, ਲੋਕਤੰਤਰ ਸੰਭਵ ਹੀ ਤਾਂ ਹੋਣਾ ਸੀਗਾ ਜੇ ਰਾਜੇ ਜਿਹੜੇ ਸੀ ਉਹਨਾਂ ਦੀਆਂ ਸ਼ਕਤੀਆਂ ਨੂੰ ਕਾਫੀ ਹੱਦ ਤੱਕ ਸੀਮਿਤ ਕੀਤਾ ਜਾਂਦਾ, ਕਿਉਂਕਿ ਰਾਜੇ ਜਿਹੜੇ ਹੈਗੇ ਉਹ ਤਾਨਾਸ਼ਾਹ ਬਣੇ ਬੈਠੇ ਸੀ। ਅਖੀਰ ਵਿੱਚ ਜਿਹੜਾ ਸੀਗਾ ਸੰਸਦੀ ਲੋਕਤੰਤਰ ਦੀ ਜਿੱਤ ਹੋਈ ਅਤੇ ਇੰਗਲੈਂਡ ਨੇ ਦੁਨੀਆ ਦੇ ਲੋਕਾਂ ਨੂੰ ਸੰਸਦੀ ਲੋਕਤੰਤਰ ਅਪਣਾਉਣ ਲਈ ਪ੍ਰੇਰਿਆ ਅਤੇ ਲੋਕਤੰਤਰੀ ਆਦਰਸ਼ਾਂ ਨੂੰ ਸਥਾਪਿਤ ਕੀਤਾ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਜੇ ਗੱਲ ਕਰੀਏ ਤਾਂ ਉੱਥੇ ਦੀਆਂ ਜਿਹੜੇ ਅੰਗਰੇਜ਼ ਬਸਤੀਆਂ ਨੇ ਅੰਗਰੇਜ਼ਾਂ ਦੇ ਨਿਰੰਕੁਸ਼ ਜਿਹੜੀ ਸੀਗੀ ਤੰਤਰ ਵਿਰੁੱਧ ਆਵਾਜ਼ ਉਠਾਈ। ਤਾਂ 1775 ਤੋਂ 83 ਤੱਕ ਦੀ ਕ੍ਰਾਂਤੀ ਤੋਂ ਬਾਅਦ ਅੰਗਰੇਜ਼ ਹਕੂਮਤ ਆਜ਼ਾਦੀ ਪ੍ਰਾਪਤ ਕੀਤੀ। ਉਹਨਾਂ ਨੇ ਅੰਗਰੇਜ਼ੀ ਹਕੂਮਤ ਤੋਂ ਆਜ਼ਾਦੀ ਪ੍ਰਾਪਤ ਕੀਤੀ। ਸੰਯੁਕਤ ਰਾਜ ਅਮਰੀਕਾ ਨੇ ਜਨਤਕ ਪ੍ਰਭੂਸੱਤਾ ਦੇ ਆਧਾਰਾਂ ਲਈ ਇੱਕ ਪਿੱਠ ਭੂਮੀ ਤਿਆਰ ਕੀਤੀ। ਅਮਰੀਕਾ ਨੇ ਲੋਕਤੰਤਰੀ ਸੰਵਿਧਾਨ ਦੀ ਰਚਨਾ ਕੀਤੀ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਉੱਥੇ ਅਮਰੀਕਾ ਦੇ ਵਿੱਚ ਵੀ ਲੋਕਤੰਤਰ ਦਾ ਉਠਾਨ ਹੋਇਆ। ਤਾਂ ਅੱਗੇ ਅਸੀਂ ਜੇ ਦੇਖੀਏ ਤਾਂ ਲੋਕਤੰਤਰ ਦੇ ਵਿੱਚ ਸ਼ਾਸਨ ਕਰਨ ਦੀ ਅੰਤਿਮ ਸ਼ਕਤੀ ਲੋਕਾਂ ਦੀ ਚੁਣੇ ਹੋਏ ਨੇਤਾਵਾਂ ਕੋਲ ਹੁੰਦੀ ਹੈ। ਅਸੀਂ ਪੜ੍ਹ ਲਿਆ। ਲੋਕਾਂ ਨੂੰ ਆਪਣੀ ਪਸੰਦ ਦਾ ਨੇਤਾ ਚੁਣਨ ਲਈ ਆਜ਼ਾਦ ਹੁੰਦੇ ਲੋਕ। ਲੋਕਤੰਤਰ ਦੀ ਪ੍ਰਣਾਲੀ ਵਿੱਚ ਜਨਤਕ ਪ੍ਰਭੂਸੱਤਾ ਦਾ ਸਿਧਾਂਤ ਜਿਹੜਾ ਹੈਗਾ ਲਾਗੂ ਹੁੰਦਾ। ਜਨਤਾ ਹੀ ਸੱਤਾ ਬਣਾਉਂਦੀ ਹੈ। ਇਸ ਦਾ ਭਾਵ ਇਹ ਹੈ ਕਿ ਲੋਕਤੰਤਰ ਵਿੱਚ ਪ੍ਰਭੂਸੱਤਾ ਅਸਲ ਵਿੱਚ ਸਾਰੇ ਲੋਕਾਂ ਦੀ ਹੁੰਦੀ ਹੈ। ਇਸ ਲਈ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਜਿਹੜਾ ਕਿਹਾ ਸੀਗਾ ਕਿ ਲੋਕਤੰਤਰੀ ਸਰਕਾਰ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੁੰਦੀ ਹੈ। ਤਾਂ ਲੋਕਤੰਤਰ ਪ੍ਰਣਾਲੀ ਵਿੱਚ ਕਾਨੂੰਨ ਦਾ ਜਿਹੜਾ ਸ਼ਾਸਨ ਹੁੰਦਾ ਹੈ ਅਤੇ ਲੋਕਾਂ ਦੁਆਰਾ ਬਣਾਏ ਸੰਵਿਧਾਨ ਨੂੰ ਕਾਨੂੰਨੀ ਪੱਖ ਤੋਂ ਸਰਵਉੱਚਤਾ ਪ੍ਰਾਪਤ ਹੁੰਦੀ ਹੈ। ਤਾਂ ਇਹ ਅਸੀਂ ਇਹਦੀਆਂ ਪਰਿਭਾਸ਼ਾਵਾਂ ਪੜ੍ਹ ਲਈਆਂ। ਸੀਲੇ ਨੇ ਪਰਿਭਾਸ਼ਾ ਦਿੱਤੀ ਸੀਗੀ ਕਿ ਇੱਕ ਅਜਿਹੀ ਸਰਕਾਰ ਹੁੰਦੀ ਹੈ ਜਿਸ 'ਚ ਹਰੇਕ ਵਿਅਕਤੀ ਦਾ ਹਿੱਸਾ ਹੁੰਦਾ। ਅਸੀਂ ਇਹ ਵੀ ਦੇਖਿਆ ਕਿ ਯੂਨਾਨ ਦੇ ਪ੍ਰਸਿੱਧ ਲੇਖਕ ਹੈਰੋਡਸ ਨੇ ਕਿਹਾ ਸੀਗਾ ਕਿ ਪ੍ਰਜਾਤੰਤਰ ਇੱਕ ਅਜਿਹਾ ਸ਼ਾਸਨ ਹੈ ਜਿਸ ਵਿੱਚ ਸਭ ਤੋਂ ਉੱਚੀ ਸ਼ਕਤੀ ਜਿਹੜੀ ਹੈਗੀ ਲੋਕਾਂ ਕੋਲ ਹੁੰਦੀ ਹੈ। ਇਸੇ ਤਰ੍ਹਾਂ ਲਾਰਡ ਬਰਾਈਸ ਦੇ ਅਨੁਸਾਰ ਲੋਕਤੰਤਰ ਉਹ ਸ਼ਾਸਨ ਹੈ ਜਿਸ ਵਿੱਚ ਰਾਜ ਦੀ ਸ਼ਾਸਨ ਸ਼ਕਤੀ ਜਿਹੜੀ ਹੈਗੀ ਕਿਸੇ ਵਿਸ਼ੇਸ਼ ਸ਼੍ਰੇਣੀ ਕਿਸੇ ਵਿਸ਼ੇਸ਼ ਵਰਗ ਕੋਲ ਨਹੀਂ ਹੁੰਦੀ, ਬਲਕਿ ਸਮੁੱਚੇ ਸਮਾਜ ਦੇ ਹੱਥਾਂ ਦੇ ਵਿੱਚ ਹੁੰਦੀ ਹੈ। ਤਾਂ ਅਸੀਂ ਅੱਗੇ ਗੱਲ ਕਰਾਂਗੇ ਲੋਕਤੰਤਰ ਦੇ ਸੁਨਹਿਰੀ ਯੁੱਗ ਦੀ। ਜੇ ਲੋਕਤੰਤਰ ਦਾ ਸੁਨਹਿਰੀ ਯੁੱਗ ਦੀ ਗੱਲ ਕਰੀਏ ਤਾਂ 20ਵੀਂ ਸਦੀ ਦੇ ਨੂੰ ਲੋਕਤੰਤਰ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ, ਕਿਉਂਕਿ ਯੂਰਪ ਦੇ ਲੋਕਾਂ ਦਾ ਲੋਕਤੰਤਰ ਵੱਲ ਰੁਝਾਨ ਸ਼ੁਰੂ ਹੋ ਗਿਆ ਸੀ। ਬ੍ਰਿਟਿਸ਼ ਅਤੇ ਅਮਰੀਕਾ ਨੇ ਕਿਹਾ ਕਿ ਪਹਿਲਾ ਮਹਾਯੁੱਧ ਸੀਗਾ 1914 ਤੋਂ ਲੈ ਕੇ 1918 ਤੱਕ ਚੱਲਿਆ। ਤਾਂ ਲੋਕਤੰਤਰ ਦੀ ਸੁਰੱਖਿਆ ਅਤੇ ਆਤਮ ਨਿਰਣੈ ਦੇ ਸਿਧਾਂਤ ਲਈ ਲੜਿਆ ਗਿਆ ਸੀਗਾ ਇਹ। ਤਾਂ ਪਹਿਲਾ ਜਿਹੜਾ ਮਹਾਯੁੱਧ ਹੈ ਉਹ ਲੋਕਤੰਤਰ ਦੀ ਸੁਰੱਖਿਆ ਅਤੇ ਆਤਮ ਨਿਰਣੈ ਦੇ ਸਿਧਾਂਤ ਲਈ ਉਹ ਲੜਿਆ ਗਿਆ ਸੀਗਾ। ਪਹਿਲੇ ਮਹਾਯੁੱਧ ਤੋਂ ਬਾਅਦ ਜਿਹੜਾ ਕਈ ਨਵੇਂ ਦੇਸ਼ ਹੋਂਦ ਵਿੱਚ ਆਏ, ਇਹਨਾਂ ਦੇਸ਼ਾਂ ਨੇ ਲੋਕਤੰਤਰ ਪ੍ਰਣਾਲੀ ਅਪਣਾਉਣ ਨੂੰ ਹੀ ਤਰਜੀਹ ਦਿੱਤੀ। ਇਹ ਜਿੰਨੇ ਵੀ ਨਵੇਂ ਦੇਸ਼ ਹੋਂਦ ਦੇ ਵਿੱਚ ਆਏ ਇਹਨਾਂ ਲੜਾਈ ਤੋਂ ਬਾਅਦ ਹੀ ਆਏ, ਮਹਾਯੁੱਧ ਤੋਂ ਬਾਅਦ ਹੀ ਆਏ। ਤਾਂ ਇਹਨਾਂ ਦੀ ਕੋਸ਼ਿਸ਼ ਸਭ ਤੋਂ ਵੱਧ ਇਹ ਸੀਗੀ ਕਿ ਲੋਕਤੰਤਰ ਪ੍ਰਣਾਲੀ ਨੂੰ ਹੀ ਅਪਣਾਇਆ ਜਾਵੇ। ਇੱਥੇ ਤਾਨਾਸ਼ਾਹੀ ਨੂੰ ਜਾਂ ਫਾਸੀਵਾਦੀ ਹੁਕੂਮਤਾਂ ਨੂੰ ਇੱਥੇ ਜਗ੍ਹਾ ਨਾ ਦਿੱਤੀ ਜਾਵੇ। ਜਿਹੜੇ ਵੀ ਸਾਮਰਾਜਵਾਦ ਦੇ ਸ਼ਿਕਾਰ ਸੀ ਉਹਨਾਂ ਸਾਰਿਆਂ ਨੇ ਆਪਣੇ ਆਪ ਨੂੰ ਸਾਮਰਾਜਵਾਦ ਤੋਂ ਮੁਕਤ ਕਰਵਾਉਣ ਲਈ ਉੱਥੇ ਲੋਕਤੰਤਰੀ ਸੰਸਥਾਵਾਂ ਸਥਾਪਿਤ ਕਰਨ ਦੀ ਇੱਛਾ ਪ੍ਰਗਟਾਈ। ਤਾਂ ਜਿੰਨੇ ਵੀ ਉਦੋਂ ਦੇ ਲੀਡਰ ਸੀਗੇ ਸਾਰੇ ਲੀਡਰਾਂ ਦੀ ਇਹੀ ਕੋਸ਼ਿਸ਼ ਸੀਗੀ ਕਿ ਸਾਮਰਾਜਵਾਦ ਤੋਂ ਛੁਟਕਾਰਾ ਪਾਇਆ ਜਾਵੇ ਔਰ ਲੋਕਤੰਤਰੀ ਸੰਸਥਾਵਾਂ ਜਿਹੜੀਆਂ ਸੀਗੀਆਂ, ਲੋਕਤੰਤਰੀ ਪ੍ਰਣਾਲੀ ਜਿਹੜੀ ਸੀ ਉਹਨੂੰ ਅਪਣਾਇਆ ਜਾਵੇ। ਪਰ ਲੋਕਤੰਤਰ ਦੇ ਸੁਨਹਿਰੇ ਯੁੱਗ ਦਾ ਜਲਦੀ ਅੰਤ ਹੋਇਆ ਕਿਉਂਕਿ ਲੋਕਤੰਤਰ ਨੂੰ ਭੈੜੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਪਹਿਲੇ ਵਿਸ਼ਵ ਯੁੱਧ ਦੇ ਵਿੱਚ ਪਹਿਲੇ ਵਿਸ਼ਵ ਯੁੱਧ ਦੇ ਜਿਹੜੇ ਦੇਸ਼ ਸੀ, ਪਹਿਲੇ ਵਿਸ਼ਵ ਯੁੱਧ ਦੇ ਦੇਸ਼ਾਂ ਤੋਂ ਬਾਅਦ ਇਟਲੀ ਅਤੇ ਜਰਮਨੀ ਵਿੱਚ ਦੋ ਅਜਿਹੀਆਂ ਲਹਿਰਾਂ ਚੱਲੀਆਂ ਜਿਨ੍ਹਾਂ ਨਾਲ ਲੋਕਤੰਤਰ ਨੂੰ ਬਹੁਤ ਵੱਡਾ ਧੱਕਾ ਲੱਗਿਆ। ਇਹ ਦੋ ਲਹਿਰਾਂ ਨੇ ਮਤਲਬ ਇਟਲੀ ਔਰ ਜਰਮਨੀ ਜਿਹੜੀ ਹੈਗੀ ਇਹਨੂੰ ਹਿਲਾ ਕੇ ਰੱਖ ਦਿੱਤਾ। ਤਾਂ ਜਰਮਨੀ ਵਿੱਚ ਨਸਲਵਾਦੀ ਵਿਚਾਰਧਾਰਾ ਨਾਜ਼ੀਵਾਦੀ ਅਤੇ ਇਟਲੀ ਵਿੱਚ ਫਾਸੀਵਾਦੀ ਵਿਚਾਰਧਾਰਾ ਦਾ ਆਗਮਨ ਹੋਣ ਨਾਲ ਲੋਕਤੰਤਰੀ ਪ੍ਰਕਿਰਿਆ ਇੱਕ ਵਾਰ ਫਿਰ ਠੱਪ ਹੋ ਗਈ।
ਤੇ ਜਰਮਨੀ ਵਿੱਚ ਨਸਲਵਾਦ ਵਿਚਾਰਧਾਰਾ ਜਿਹੜੀ ਸੀ ਇਹਨੇ ਬਹੁਤ ਪੈਰ ਪਸਾਰੇ। ਇਸੇ ਤਰ੍ਹਾਂ ਨਾਜ਼ੀਵਾਦੀ ਵਿਚਾਰਧਾਰਾ ਸੀ, ਇਹਨੇ ਵੀ ਪੈਰ ਪਸਾਰੇ। ਔਰ ਇਟਲੀ ਵਿੱਚ ਫਾਸੀਵਾਦੀ ਜਿਹੜੇ ਵਿਚਾਰਧਾਰਾ ਸੀ ਉਹਦਾ ਆਗਮਨ ਹੋਇਆ, ਤਾਂ ਉੱਥੇ ਲੋਕਤੰਤਰੀ ਪ੍ਰਣਾਲੀ ਜਿਹੜੀ ਸੀ ਪ੍ਰਕਿਰਿਆ ਉਹ ਫਿਰ ਇੱਕ ਵਾਰ ਠੱਪ ਹੋ ਗਈ, ਕਿਉਂਕਿ ਲੋਕਾਂ ਦਾ ਵਿਚਾਰ ਜਿਹੜਾ ਹੈਗਾ ਉਹ ਜਦੋਂ ਕੋਈ ਵਿਚਾਰਧਾਰਾ ਨਵੀਂ ਆਉਂਦੀ ਹੈ ਉਹਦੇ ਵੱਲ ਲੋਕ ਜ਼ਿਆਦਾ ਆਕਰਸ਼ਿਤ ਹੁੰਦੇ ਆ। ਇਹਨਾਂ ਜਿਹੜੀਆਂ ਦੋਵੇਂ ਵਿਚਾਰਧਾਰਾਵਾਂ ਸੀਗੀਆਂ ਇਹ ਤਾਨਾਸ਼ਾਹੀ ਦੀਆਂ ਸਮਰਥਕ ਸਨ। ਤਾਂ ਇਹਨਾਂ ਵਿਚਾਰਧਾਰਾਵਾਂ ਕਾਰਨ ਦੂਜੇ ਮਹਾਂਯੁੱਧ ਦੀ ਸ਼ੁਰੂਆਤ ਹੋਈ, ਜਿਹੜਾ ਕਿ 1939 ਤੋਂ ਲੈ ਕੇ 1945 ਤੱਕ ਚੱਲਿਆ। ਤਾਂ ਨਸਲਵਾਦੀ ਵਿਚਾਰਧਾਰਾ ਹੋਵੇ, ਭਾਵੇਂ ਨਾਜ਼ੀਵਾਦੀ ਹੋਵੇ, ਭਾਵੇਂ ਫਾਸੀਵਾਦੀ ਵਿਚਾਰਧਾਰਾ ਹੋਵੇ, ਇਹਨਾਂ ਵਿਚਾਰਧਾਰਾਵਾਂ ਨੇ ਹਮੇਸ਼ਾ ਹੀ ਕਿਸੇ ਨਾ ਕਿਸੇ ਯੁੱਧ ਨੂੰ, ਕਿਸੇ ਨਾ ਕਿਸੇ ਲੜਾਈ ਨੂੰ ਉਹਨਾਂ ਨੂੰ ਜਨਮ ਦਿੱਤਾ ਹੈ। ਤਾਂ ਦੂਜੇ ਮਹਾਂਯੁੱਧ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਏਸ਼ੀਆ ਅਤੇ ਅਫਰੀਕਾ ਮਹਾਂਦੀਪ ਦੇ ਬਹੁਤ ਸਾਰੇ ਜਿਹੜੇ ਦੇਸ਼ ਸੀ ਉਹਨਾਂ ਨੇ ਆਜ਼ਾਦੀ ਪ੍ਰਾਪਤ ਕਰ ਲਈ। ਤਾਂ 1947 ਵਿੱਚ ਭਾਰਤ ਨੂੰ ਵੀ ਪੂਰਨ ਆਜ਼ਾਦੀ ਪ੍ਰਾਪਤ ਹੋਈ। ਭਾਰਤ ਜਿਹੜਾ ਸੀਗਾ 1950 ਵਿੱਚ ਪ੍ਰਭੂ ਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣਿਆ। ਭਾਰਤ ਜਿਹੜਾ ਸੀ 26 ਜਨਵਰੀ 1950 ਨੂੰ ਪ੍ਰਭੂ ਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣ ਗਿਆ ਸੀਗਾ। ਤਾਂ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਨਿਕਲਿਆ ਜਿਹਨੂੰ ਪਾਕਿਸਤਾਨ ਕਿਹਾ ਜਾਂਦਾ, ਤਾਂ ਜਿਹਨੂੰ ਅਸੀਂ 1947 ਦੀ ਵੰਡ ਦੇ ਨਾਂ ਨਾਲ ਵੀ ਜਾਣਦੇ ਹਾਂ ਕਿ ਭਾਰਤ ਦੇ ਹਿੱਸੇ ਵਿੱਚੋਂ ਇੱਕ ਨਵਾਂ ਦੇਸ਼ ਬਣਾਇਆ ਗਿਆ ਜਿਹਨੂੰ ਪਾਕਿਸਤਾਨ ਬਣ ਗਿਆ। ਪਾਕਿਸਤਾਨ ਵਿੱਚ ਲੋਕਤੰਤਰ ਦਾ ਜਿਹੜਾ ਪ੍ਰਚਲਨ ਸੀ ਉਹ ਲਗਾਤਾਰ ਨਹੀਂ ਹੋਇਆ। ਇੱਥੇ ਅਕਸਰ ਜਿਹੜੀ ਸੱਤਾ ਸੀਗੀ ਉਹ ਫੌਜੀ ਜਰਨੈਲਾਂ ਦੇ ਹੱਥਾਂ 'ਚ ਹੀ ਰਹੀ। ਜਿਵੇਂ ਅਸੀਂ ਗੱਲ ਕਰੀਏ 1958 ਦੀ, ਤਾਂ 1958 ਤੋਂ ਲੈ ਕੇ 1968 ਤੱਕ ਦਾ ਜਿਹੜਾ ਜਨਰਲ ਅਯੂਬ ਖਾਨ ਸੀ ਉਹ ਸੈਨਿਕ ਤਾਨਾਸ਼ਾਹੀ ਉਹਨੇ ਸਥਾਪਿਤ ਕੀਤੀ। ਜਨਰਲ ਅਯੂਬ ਖਾਨ ਨੇ ਲੋਕਤੰਤਰ ਦਾ ਇਹਨੂੰ ਉਠਾਣ ਹੀ ਨਹੀਂ ਦਿੱਤਾ ਔਰ ਸਾਰੀਆਂ ਸ਼ਕਤੀਆਂ ਜਿਹੜੀਆਂ ਸੀਗੀਆਂ ਉਹ ਆਪਣੇ ਤੱਕ ਸੀਮਤ ਰੱਖੀਆਂ। ਇਸੇ ਤਰ੍ਹਾਂ 1999 ਜਨਰਲ ਪਰਵੇਜ਼ ਮੁਸ਼ੱਰਫ ਜਿਹੜਾ ਸੀਗਾ ਉਹਦੀ ਚੁਣੀ ਹੋਈ ਸਰਕਾਰ ਦਾ ਤਖਤਾ ਵੀ ਪਲਟ ਦਿੱਤਾ। ਤਾਂ ਦੇਸ਼ ਦੇ ਸ਼ਾਸਨ ਦੀ ਵਾਗਡੋਰ ਉਸਨੇ ਹੱਥਾਂ 'ਚ ਲੈ ਲਈ। ਤਾਂ ਜਨਰਲ ਪਰਵੇਜ਼ ਮੁਸ਼ੱਰਫ ਨੇ ਜਿਹੜਾ ਸਰਕਾਰ ਸੀ ਉਹਦਾ ਤਖਤਾ ਪਲਟਣ ਤੋਂ ਬਾਅਦ ਤਾਂ ਪ੍ਰਸ਼ਾਸਨ ਦੀ ਜਿਹੜਾ ਬਾਗਡੋਰ ਸੀਗੀ ਦੇਸ਼ ਦੀ ਉਹ ਆਪ ਲੈ ਲਈ ਆਪਣੇ ਹੱਥਾਂ 'ਚ। ਇਸੇ ਤਰ੍ਹਾਂ ਇੰਡੋਨੇਸ਼ੀਆ ਦੇ ਵਿੱਚ ਰਾਸ਼ਟਰਪਤੀ ਸੁਕਰਾਨੋ ਨੇ ਨਿਯੰਤਰਿਤ ਲੋਕਤੰਤਰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਅੱਗੇ ਅਸੀਂ ਗੱਲ ਕਰਾਂਗੇ ਲੋਕਤੰਤਰ ਦੇ ਵਿਕਾਸ ਅਤੇ ਵਿਸਥਾਰ ਵੱਲ ਵੱਧਦੇ ਕਦਮਾਂ ਦੀ। ਤਾਂ ਲੋਕਤੰਤਰ ਦੇ ਸੁਨਹਿਰੀ ਯੁੱਗ ਦੇ 20ਵੀਂ ਸਦੀ ਦੇ ਵਿੱਚ ਇਹਦਾ ਵਿਕਾਸ ਅਤੇ ਵਿਸਥਾਰ ਹੋਇਆ। ਤਾਂ ਲੋਕਤੰਤਰ ਦੇ ਇਤਿਹਾਸ ਬਾਰੇ ਮੁੱਢਲੀ ਜਾਣਕਾਰੀ ਜਿਹੜੀ ਅਸੀਂ ਗੱਲ ਕੀਤੀ ਹੈ, ਇਹ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੜ੍ਹੀਏ ਕਿ ਬਾਕੀ ਦੇ ਦੇਸ਼ ਜਿਹੜੇ ਸੀ ਉਹਨਾਂ ਵਿੱਚ ਲੋਕਤੰਤਰ ਦੇ ਵਿਕਾਸ ਅਤੇ ਵਿਸਥਾਰ ਦੀ ਦਿਸ਼ਾ ਕਿਹੋ ਜਿਹੀ ਸੀ। ਤਾਂ ਇਹਨਾਂ ਦੇ ਵਿੱਚ ਲਗਾਤਾਰ ਕੀ ਵਿਸਥਾਰ ਹੋਇਆ, ਤਾਂ ਪ੍ਰਸ਼ਨ ਇਹ ਵੀ ਪੈਦਾ ਹੁੰਦਾ ਕਿ ਇਸ ਦੇ ਰਸਤੇ ਵਿੱਚ ਰੁਕਾਵਟਾਂ ਜਿਹੜੀਆਂ ਆਈਆਂ ਉਹਨਾਂ ਨੂੰ ਦੂਰ ਕਰਨ ਲਈ ਲੋਕਤੰਤਰ ਦੇ ਜਿਹੜੇ ਹਾਂ ਪੱਖੀ ਲੋਕ ਸੀਗੇ ਉਹਨਾਂ ਨੇ ਕੀ ਕੀਤਾ। ਤਾਂ ਅਸੀਂ ਇੱਥੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਿਸ਼ਵ ਪੱਧਰੀ ਲੋਕਤੰਤਰੀ ਸੰਸਥਾਵਾਂ ਦੀ ਜਿਹੜੀ ਕਾਰਜਸ਼ੀਲਤਾ ਹੈ ਉਹ ਲੋਕਤੰਤਰੀ ਹੈ ਜਾਂ ਇਸ ਦੇ ਵਿੱਚ ਵੀ ਕਮੀਆਂ ਪਾਈਆਂ ਜਾਂਦੀਆਂ ਹਨ, ਕਿਉਂਕਿ ਵਿਸ਼ਵ ਪੱਧਰ ਦੀਆਂ ਸੰਸਥਾਵਾਂ ਤਾਂ ਬਣਾ ਲਈਆਂ ਗਈਆਂ ਪਰੰਤੂ ਉਹਨਾਂ ਦੀ ਕਾਰਜਸ਼ੀਲਤਾ ਜਿਹੜੀ ਸੀਗੀ ਉਹ ਲੋਕਤੰਤਰੀ ਨਹੀਂ ਸੀ। ਤਾਂ ਲੋਕਤੰਤਰ ਦਾ ਵਿਕਾਸ ਅਤੇ ਵਿਸਥਾਰ ਨੂੰ ਜਾਣਨ ਲਈ ਸਾਨੂੰ ਵਿਸ਼ਵ ਦੇ ਦੇਸ਼ਾਂ ਦੀਆਂ ਕੁਝ ਉਦਾਹਰਨਾਂ ਲੈਣੀਆਂ ਪੈਣਗੀਆਂ। ਸਭ ਤੋਂ ਪਹਿਲਾਂ ਅਸੀਂ ਜੇ ਉਦਾਹਰਨ ਦੀ ਗੱਲ ਕਰੀਏ ਚਿਲੀ ਦੇ ਉਦਾਹਰਨ ਲਈਏ, ਤਾਂ ਜੇਕਰ ਦੱਖਣੀ ਅਮਰੀਕਾ ਦੇ ਮਹਾਂਦੀਪ ਦਾ ਦੇਸ਼ ਹੈ ਚਿਲੀ ਜਿਹੜਾ ਹੈਗਾ, ਅਲੈਂਡੇ ਨਾਂ ਦਾ ਇੱਕ ਇੱਥੇ ਵਿਅਕਤੀ ਸੀਗਾ, ਇਹਨੇ ਚਿਲੀ ਦੇ ਵਿੱਚ ਸੋਸ਼ਲਿਸਟ ਨਾਂ ਦੀ ਪਾਰਟੀ ਦੀ ਅਗਵਾਈ ਕੀਤੀ। ਅਲੈਂਡੇ ਨਾਂ ਦਾ ਇੱਕ ਵਿਅਕਤੀ ਸੀਗਾ, ਇਹਨੇ ਇੱਕ ਨਵੀਂ ਪਾਰਟੀ ਬਣਾ ਲਈ ਜਿਹੜੀ ਕਿ ਸੋਸ਼ਲਿਸਟ ਪਾਰਟੀ ਸੀ। ਇਹਨੇ ਦੀ ਅਗਵਾਈ ਕਰਨੀ ਸ਼ੁਰੂ ਕਰਤੀ। ਇਹ ਪਾਰਟੀ ਨੂੰ ਰਾਸ਼ਟਰਪਤੀ ਚੋਣਾਂ ਦੇ ਵਿੱਚ ਇਹਨਾਂ ਨੇ ਜਿੱਤ ਹਾਸਲ ਕੀਤੀ ਅਤੇ 1970 ਦੇ ਵਿੱਚ ਅਲੈਂਡੇ ਜਿਹੜਾ ਹੈਗਾ ਉਹਨੂੰ ਚਿਲੀ ਦਾ ਰਾਸ਼ਟਰਪਤੀ ਚੁਣਿਆ ਗਿਆ। ਤਾਂ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਅਲੈਂਡੇ ਨੇ ਗਰੀਬਾਂ ਅਤੇ ਕਿਰਤੀਆਂ ਦੀ ਭਲਾਈ ਲਈ ਬਹੁਤ ਅਹਿਮ ਫੈਸਲੇ ਕੀਤੇ। ਅਲੈਂਡੇ ਦੇ ਜਿਹੜੇ ਫੈਸਲੇ ਸੀਗੇ ਉਹਨੇ ਸਿੱਖਿਆ ਪ੍ਰਣਾਲੀ ਵਿੱਚ ਵੀ ਬਹੁਤ ਸੁਧਾਰ ਕੀਤੇ। ਤਾਂ ਬੱਚਿਆਂ ਲਈ ਉਹਨੇ ਮੁਫਤ ਦੁੱਧ ਅਤੇ ਭੂਮੀਹੀਨਾਂ ਨੂੰ ਜ਼ਮੀਨ ਦੀ ਵੰਡ ਦੀ ਵੀ ਗੱਲ ਕੀਤੀ। ਉਹਨੇ ਵਿਦੇਸ਼ੀ ਕੰਪਨੀਆਂ ਦਾ ਵਿਰੋਧ ਕੀਤਾ ਅਤੇ ਦੇਸ਼ ਦੇ ਜਿਹੜੇ ਕੁਦਰਤੀ ਸਾਧਨ ਸੀ ਉਹਨਾਂ ਦਾ ਜਿਹੜਾ ਸ਼ੋਸ਼ਣ ਕਰ ਰਹੀਆਂ ਸੀ ਉਹ ਵਿਦੇਸ਼ੀ ਕੰਪਨੀਆਂ, ਤਾਂ ਉਹਨਾਂ ਦੇ ਉੱਪਰ ਵੀ ਲਗਾਮ ਕਸੀ। ਤਾਂ ਜਿਹੜੇ ਸੀਗੇ ਜਗੀਰਦਾਰ ਅਮੀਰ ਸੀਗੇ ਅਤੇ ਚਰਚ ਨੇ ਉਹਦੀਆਂ ਨੀਤੀਆਂ ਦਾ ਵਿਰੋਧ ਕਰਨਾ ਸ਼ੁਰੂ ਕਰਤਾ, ਕਿਉਂਕਿ ਜਦੋਂ ਵੀ ਜ਼ੁਲਮ ਦੇ ਖਿਲਾਫ ਕੋਈ ਵਿਅਕਤੀ ਉੱਠਿਆ ਹੈ ਤਾਂ ਉਹਦਾ ਵਿਰੋਧ ਤਾਂ ਹਮੇਸ਼ਾ ਹੋਇਆ ਹੀ ਹੈ। ਅਤੇ ਚਿਲੀ ਦੇ ਵਿੱਚ ਕੁਝ ਹੋਰ ਪਾਰਟੀਆਂ ਨੇ ਵੀ ਅਲੈਂਡੇ ਦੀ ਸਰਕਾਰ ਦਾ ਵਿਰੋਧ ਕਰਨਾ ਸ਼ੁਰੂ ਕਰਤਾ। ਜਦੋਂ ਅਮੀਰਾਂ ਨੇ, ਚਰਚ ਨੇ ਅਤੇ ਅਲੈਂਡੇ ਦੀ ਕੁਝ ਹੋਰ ਪਾਰਟੀਆਂ ਜਿਹੜੀਆਂ ਸੀਗੀਆਂ ਉਹਨਾਂ ਨੇ ਅਲੈਂਡੇ ਦਾ ਵਿਰੋਧ ਕੀਤਾ ਤਾਂ ਕਾਫੀ ਵੱਡੀ ਤਹਿਰੀਕ ਬਣ ਗਈ। ਅਤੇ 11 ਸਤੰਬਰ 1973 ਨੂੰ ਸੈਨਿਕ ਸਾਜ਼ਿਸ਼ ਦੁਆਰਾ ਅਲੈਂਡੇ ਨੂੰ ਗੱਦੀ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ। ਤਾਂ ਅਲੈਂਡੇ ਜਿਹੜਾ ਸੀਗਾ ਉਹ ਧੱਕੇ ਨਾਲ 11 ਸਤੰਬਰ 1973 ਨੂੰ ਉਹਦੇ ਕੋਲੋਂ ਸਾਜ਼ਿਸ਼ ਕੀਤੀ ਅਤੇ ਗੱਡੀ ਉਹ ਤੋਂ ਖੋਹਲੀ। ਅਲੈਂਡੇ ਨੇ ਅਸਤੀਫਾ ਦੇਣ ਤੋਂ ਮਨ੍ਹਾ ਕੀਤਾ ਤਾਂ ਸੈਨਾ ਦਾ ਜਿਹੜਾ ਰਾਸ਼ਟਰਪਤੀ ਭਵਨ ਸੀ ਉਹਨੂੰ ਘੇਰ ਲਿਆ ਗਿਆ। ਸੈਨਾ ਨੇ ਰਾਸ਼ਟਰਪਤੀ ਭਵਨ ਨੂੰ ਘੇਰਿਆ ਅਤੇ ਘੇਰ ਕੇ ਰਾਸ਼ਟਰਪਤੀ ਭਵਨ 'ਤੇ ਹਮਲਾ ਕਰਤਾ। ਇਹ ਜਿਹੜਾ ਸੈਨਿਕ ਹਮਲਾ ਸੀਗਾ ਇਹਦੇ ਵਿੱਚ ਅਲੈਂਡੇ ਦੀ ਮੌਤ ਹੋ ਗਈ।
ਕਿਉਂਕਿ ਸੈਨਾ ਜਿਹੜੀ ਹੈਗੀ ਉਹ ਕਿਸੇ ਵੀ ਸਰਕਾਰ ਦਾ, ਕਿਸੇ ਵੀ ਦੇਸ਼ ਦਾ ਤਖਤਾ ਪਲਟ ਸਕਦੀ ਹੈ। ਤਾਂ ਸੱਤਾ ਮਿਲਟਰੀ ਕਮਾਂਡਰ ਪਿਨੋਸ਼ ਦੇ ਹੱਥਾਂ 'ਚ ਆ ਗਈ। ਤਾਂ ਪਿਨੋਸ਼ ਨੇ ਜਿਹੜੀ ਅਮੀਰਾਂ ਨਾਲ ਮਿਲ ਕੇ, ਚਰਚ ਨਾਲ ਮਿਲ ਕੇ ਅਤੇ ਹੋਰ ਜਿਹੜੀਆਂ ਪਾਰਟੀਆਂ ਸੀਗੀਆਂ ਉਹਨਾਂ ਨਾਲ ਮਿਲ ਕੇ ਜਿਹੜੀ ਨੀਤੀ 'ਚ ਅਪਣਾਈ ਸੀ, ਜਿਹੜਾ ਉਹਦਾ ਵਿਰੋਧ ਕੀਤਾ ਸੀਗਾ ਅਲੈਂਡੇ ਦਾ, ਉਹਨੇ ਸੱਤਾ ਆਪਣੇ ਹੱਥਾਂ 'ਚ ਲੈ ਲਈ। ਤਾਂ ਸੱਤਾ ਮਿਲਟਰੀ ਕਮਾਂਡਰ ਜਿਹੜਾ ਸੀ ਪਿਨੋਸ਼ ਦੇ ਹੱਥਾਂ 'ਚ ਆ ਗਈ। ਪਿਨੋਸ਼ ਨੇ ਲਗਭਗ 17 ਸਾਲ ਤੱਕ ਆਪ ਸੈਨਿਕ ਤਾਨਾਸ਼ਾਹ ਵਜੋਂ ਰਾਜ ਕੀਤਾ। ਤਾਂ ਪਿਨੋਸ਼ ਦੀ ਕੋਸ਼ਿਸ਼ ਇਹੀ ਸੀ ਕਿ ਅਲੈਂਡੇ ਨੇ ਜਿਹੜਾ ਸੋਸ਼ਲਿਸਟਿਕ ਮੂਵਮੈਂਟ ਚਲਾਈ ਸੀ ਉਹਦਾ ਵਿਰੋਧ ਕੀਤਾ ਸੀ। ਅਤੇ ਇਸ ਕਾਲ ਦੌਰਾਨ ਲੋਕਤੰਤਰ ਦੇ ਸਮਰਥਕਾਂ ਅਤੇ ਉਹਨਾਂ ਦੇ ਫੌਜੀ ਅਫਸਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਾਂ ਪਿਨੋਸ਼ ਜਿਹੜਾ ਸੀ ਉਹਨੇ ਬਹੁਤ ਜ਼ੁਲਮ ਢਾਏ। ਜਿੰਨੇ ਵੀ ਅਲੈਂਡੇ ਦੇ ਫੇਵਰ ਦੇ ਬੰਦੇ ਸੀ, ਉਹਦੇ ਪੱਖ ਦੇ ਬੰਦੇ ਸੀ, ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਸੈਨਿਕ ਸਾਜ਼ਿਸ਼ਾਂ ਵਿੱਚ ਭਾਗ ਲੈਣ ਤੋਂ ਮਨਾ ਕਰ ਦਿੱਤਾ। ਇਹਨਾਂ ਵਿੱਚ ਚਿੱਲੀ ਹਵਾਈ ਸੈਨਾ ਦਾ ਕਮਾਂਡਰ ਜਨਰਲ ਐਲਬਰਟੋ ਬੈਚਲਰ ਵੀ ਸੀ। ਤਾਂ ਜਨਰਲ ਬੈਚਲਰ ਦੀ ਲੜਕੀ ਮਿਸਲ ਅਤੇ ਉਹਦੀ ਪਤਨੀ ਨੂੰ ਕੈਦ ਕਰ ਲਿਆ ਗਿਆ ਸੀਗਾ। ਤਾਂ ਇਹ ਸੀਗੀਆਂ ਲੋਕਤੰਤਰ ਦੇ ਵਿਕਾਸ ਅਤੇ ਵਿਸਥਾਰ ਵੱਲ ਵੱਧਦੇ ਕਦਮ ਦੀਆਂ ਗੱਲਾਂ। ਤਾਂ ਅਸੀਂ ਜੇ ਦੇਖੀਏ ਇਸ ਟੌਪਿਕ ਦੇ ਅਧੀਨ, ਤਾਂ ਲੋਕਤੰਤਰ ਦਾ ਇਤਿਹਾਸ ਬਾਰੇ ਮੁੱਢਲੀ ਜਾਣਕਾਰੀ ਅਸੀਂ ਪਹਿਲਾਂ ਪ੍ਰਾਪਤ ਕਰ ਲਈ ਹੈ। ਤਾਂ ਲੋਕਤੰਤਰ ਦੇ ਵਿਕਾਸ ਦੇ ਵਿੱਚ ਇਹਦੇ ਜਾਣਨ 'ਚ ਸਾਨੂੰ ਵਿਸ਼ਵ ਦੀਆਂ ਅਸੀਂ ਉਦਾਹਰਨਾਂ 'ਤੇ ਲਈਆਂ। ਸਭ ਤੋਂ ਪਹਿਲੀ ਉਦਾਹਰਨ ਸੀ ਚਿੱਲੀ ਦੀ ਲਈ। ਤਾਂ ਚਿੱਲੀ ਜਿਹੜਾ ਹੈਗਾ ਉਹ ਦੱਖਣੀ ਅਮਰੀਕਾ ਮਹਾਦੀਪ ਦਾ ਇੱਕ ਦੇਸ਼ ਹੈ। ਅਲੈਂਡੇ ਨਾਂ ਦਾ ਵਿਅਕਤੀ ਜਿਹੜਾ ਸੀਗਾ ਉਹਨੇ ਚਿੱਲੀ ਦੇ ਵਿੱਚ ਸੋਸ਼ਲਿਸਟ ਨਾਂ ਦੀ ਪਾਰਟੀ ਬਣਾਈ ਸੀ। ਤਾਂ ਸੋਸ਼ਲਿਸਟ ਪਾਰਟੀ ਜਿਹੜੀ ਸੀਗੀ ਉਹਨੇ ਬਹੁਤ ਕੰਮ ਕੀਤੇ। ਤਾਂ ਇਹ ਪਾਰਟੀ ਨੇ ਰਾਸ਼ਟਰਪਤੀ ਚੋਣਾਂ 'ਚ ਜਿੱਤ ਹਾਸਲ ਕੀਤੀ ਅਤੇ ਅਲੈਂਡੇ 1970 'ਚ ਚਿੱਲੀ ਦਾ ਰਾਸ਼ਟਰਪਤੀ ਚੁਣਿਆ ਗਿਆ। ਤਾਂ ਚਿੱਲੀ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਅਲੈਂਡੇ ਨੇ ਬੜੇ ਭਲਾਈ ਦੇ ਕੰਮ ਕੀਤੇ। ਉਹਨੇ ਗਰੀਬਾਂ ਲਈ, ਕਿਰਤੀਆਂ ਲਈ, ਜਿਹੜੇ ਕਿਰਤੀ ਸੀਗੇ ਉਹਨਾਂ ਦੇ ਲਈ ਔਰ ਛੋਟੇ ਕਿਸਾਨਾਂ ਲਈ ਬਹੁਤ ਕੰਮ ਕੀਤੇ। ਉਹਨੇ ਬੱਚਿਆਂ ਲਈ ਮੁਫਤ ਦੁੱਧ ਦੇ, ਭੂਮੀਹੀਨਾਂ ਨੂੰ ਜ਼ਮੀਨ ਦੀ ਵੰਡ ਕੀਤੀ। ਉਹਨੇ ਵਿਦੇਸ਼ੀ ਕੰਪਨੀਆਂ ਦਾ ਵਿਰੋਧ ਕੀਤਾ ਜਿਹੜੀਆਂ ਕਿ ਦੇਸ਼ ਦੇ ਕੁਦਰਤੀ ਸਾਧਨਾਂ ਦਾ ਸ਼ੋਸ਼ਣ ਕਰ ਰਹੀਆਂ ਸਨ। ਤਾਂ ਵਿਦੇਸ਼ੀ ਕੰਪਨੀਆਂ ਸਾਰੀਆਂ ਉਹਦੇ ਅਗੇਂਸਟ ਹੋ ਗਈਆਂ, ਖਿਲਾਫ ਹੋ ਗਈਆਂ। ਇਸੇ ਤਰ੍ਹਾਂ ਜਗੀਰਦਾਰਾਂ ਨੇ, ਅਮੀਰਾਂ ਨੇ ਅਤੇ ਚਰਚ ਨੇ। ਚਰਚ ਜਦੋਂ ਲੱਗ ਗਿਆ ਨਾਲ ਅਮੀਰਾਂ ਦੇ ਅਤੇ ਜਗੀਰਦਾਰਾਂ ਦੇ, ਅਤੇ ਨਾਲ ਹੀ ਕੁਝ ਹੋਰ ਪਾਰਟੀਆਂ ਵੀ ਸੀਗੀਆਂ, ਇਹਨਾਂ ਨੇ ਸਾਰਿਆਂ ਨੇ ਰਲ ਕੇ ਅਲੈਂਡੇ ਦਾ ਵਿਰੋਧ ਕਰਤਾ। ਤਾਂ ਸਰਕਾਰ ਦਾ ਜਦੋਂ ਵਿਰੋਧ ਹੋਇਆ ਤਾਂ 11 ਸਤੰਬਰ 1973 ਨੂੰ ਸੈਨਿਕ ਸਾਜ਼ਿਸ਼ ਕੀਤੀ ਗਈ। ਇਸ ਸੈਨਿਕ ਸਾਜ਼ਿਸ਼ ਜਿਹੜੀ ਸੀਗੀ, ਇਸ ਸੈਨਿਕ ਸਾਜ਼ਿਸ਼ ਦੇ ਵਿੱਚ ਅਲੈਂਡੇ ਨੂੰ ਅਸਤੀਫਾ ਦੇਣ ਤੋਂ ਜਦੋਂ ਉਹਨੇ ਮਨਾ ਕੀਤਾ ਤਾਂ ਸੈਨਾ ਨੇ ਰਾਸ਼ਟਰਪਤੀ ਭਵਨ ਨੂੰ ਘੇਰ ਲਿਆ ਅਤੇ ਹਮਲਾ ਕਰਤਾ। ਇਸ ਸੈਨਿਕ ਹਮਲੇ ਵਿੱਚ ਅਲੈਂਡੇ ਦੀ ਮੌਤ ਹੋਈ ਅਤੇ ਸੱਤਾ ਜਿਹੜੀ ਸੀਗੀ ਉਹ ਮਿਲਟਰੀ ਕਮਾਂਡਰ ਪਿਨੋਸ਼ ਦੇ ਹੱਥਾਂ 'ਚ ਆ ਗਈ। ਪਿਨੋਸ਼ ਨੇ ਲਗਭਗ ਲਾ ਲਓ 17 ਸਾਲ ਤੱਕ ਜਿਹੜਾ ਸੀਗਾ ਆਪਣੇ ਐਜ਼ ਆ ਸੈਨਿਕ ਮਤਲਬ ਤਾਨਾਸ਼ਾਹ ਵਜੋਂ ਕੰਮ ਕੀਤਾ। ਅਤੇ ਇਸ ਕਾਲ ਦੌਰਾਨ ਜਿਹੜਾ ਸੀ ਲੋਕਤੰਤਰਤਾ ਦੇ ਸਮਰਥਕ ਜਿੰਨੇ ਵੀ ਸੀਗੇ ਅਤੇ ਫੌਜੀ ਅਫਸਰ ਵੀ ਭਾਵੇਂ ਹੋਣ ਉਹ, ਤਾਂ ਉਹਨਾਂ ਨੂੰ ਸਾਰਿਆਂ ਨੂੰ, ਲੋਕਤੰਤਰ ਦੇ ਸਮਰਥਕਾਂ ਨੂੰ ਅਤੇ ਫੌਜੀ ਅਫਸਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਨ੍ਹਾਂ ਨੇ ਸੈਨਿਕ ਸਾਜ਼ਿਸ਼ ਵਿੱਚ ਭਾਗ ਲੈਣ ਤੋਂ ਮਨਾ ਕੀਤਾ ਸੀਗਾ। ਇਸ ਦੇ ਵਿੱਚ ਚਿੱਲੀ ਹਵਾਈ ਸੈਨਾ ਦਾ ਕਮਾਂਡਰ ਜਨਰਲ ਐਲਬਰਟੋ ਬੈਚਲਰ ਵੀ ਸੀ। ਜਨਰਲ ਬੈਚਲਰ ਦੀ ਲੜਕੀ ਜਿਹੜੀ ਸੀਗੀ ਉਹਦੀ ਬੇਟੀ ਸੀ ਮਿਸਲ, ਅਤੇ ਉਹਦੀ ਪਤਨੀ, ਉਹਨੂੰ ਵੀ ਕੈਦ ਕਰ ਲਿਆ ਗਿਆ ਸੀਗਾ। ਤਾਂ ਇਹ ਘਟਨਾਵਾਂ ਜਿਹੜੀਆਂ ਹੈਗੀਆਂ ਵਰਤਮਾਨ ਲੋਕਤੰਤਰ ਦਾ ਇਤਿਹਾਸ, ਵਿਕਾਸ ਅਤੇ ਵਿਸਥਾਰ ਦੇ ਵਿੱਚ ਸਹਾਇਕ ਹੋਈਆਂ। ਤਾਂ ਅਸੀਂ ਇਸ ਪਾਠ ਦੇ ਵਿੱਚ ਪੜ੍ਹਿਆ ਕਿ ਯੂਨਾਨ ਅਤੇ ਰੋਮਨ ਦਾ ਪ੍ਰਾਚੀਨ ਕਾਲ ਦੇ ਬਾਰੇ, ਇਸ ਤੋਂ ਬਾਅਦ ਭਾਰਤ ਦਾ ਪ੍ਰਾਚੀਨ ਕਾਲ ਜਿਹੜਾ ਸੀਗਾ, ਉਸ ਤੋਂ ਬਾਅਦ ਮੱਧ ਕਾਲ ਬਾਰੇ, ਆਧੁਨਿਕ ਕਾਲ ਬਾਰੇ, ਅਤੇ ਲੋਕਤੰਤਰਤਾ ਦਾ ਜਿਹੜਾ ਸੁਨਹਿਰੀ ਯੁੱਗ ਹੈ, 20ਵੀਂ ਸਦੀ ਨੂੰ ਲੋਕਤੰਤਰਤਾ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਔਰ ਇਸ ਪਾਠ ਦੇ ਵਿੱਚ ਅਸੀਂ ਲੋਕਤੰਤਰਤਾ ਦੇ ਵਿਕਾਸ ਅਤੇ ਵਿਸਥਾਰ ਦੇ ਵਿੱਚ ਵੱਧਦੇ ਕਦਮ ਦੇ ਵਿੱਚ ਅਸੀਂ ਐਗਜ਼ਾਮਪਲ ਲਈਏ ਚਿੱਲੀ ਦੀ, ਅਲੈਂਡੇ ਦੀ ਐਗਜ਼ਾਮਪਲ ਸੀ, ਜਿਹੜਾ ਅਲੈਂਡੇ ਨੇ 1970 ਦੇ ਵਿੱਚ ਚਿੱਲੀ ਦਾ ਰਾਸ਼ਟਰਪਤੀ ਚੁਣਿਆ। ਔਰ ਉਸ ਤੋਂ ਬਾਅਦ 11 ਸਤੰਬਰ 1973 ਨੂੰ ਸੈਨਿਕ ਸਾਜ਼ਿਸ਼ ਦੁਆਰਾ ਅਲੈਂਡੇ ਨੂੰ ਜਿਹੜਾ ਹੈਗਾ ਰਾਸ਼ਟਰਪਤੀ ਭਵਨ 'ਚ ਘੇਰ ਕੇ ਉਹਨੂੰ ਮਾਰ ਦਿੱਤਾ ਗਿਆ, ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਔਰ ਅਲੈਂਡੇ ਦੇ ਪੱਖ ਦੇ ਜਿੰਨੇ ਬੰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਜਿਹੜਾ ਪਿਨੋਸ਼ ਸੀਗਾ ਮਿਲਟਰੀ ਕਮਾਂਡਰ ਸੀ, ਤਾਂ ਪਿਨੋਸ਼ ਨੇ ਹੱਥਾਂ ਵਿੱਚ ਸਰਕਾਰ ਆ ਗਈ, ਕਮਾਂਡੈਂਟ ਉਹਨੇ ਆਪਣੇ ਕੋਲ ਲੈ ਲਈ, ਅਤੇ ਲਗਭਗ 17 ਸਾਲ ਜਿਹੜਾ ਹੈਗਾ ਪਿਨੋਸ਼ ਉਹ ਸੈਨਿਕ ਤਾਨਾਸ਼ਾਹ ਵਜੋਂ ਉਹਨੇ ਕੰਮ ਕੀਤਾ। ਔਰ ਉਸਨੇ ਜਿੰਨੇ ਵੀ ਅਲੈਂਡੇ ਦੇ ਸਮਰਥਕ ਸੀ ਸਾਰਿਆਂ ਨੂੰ ਮੌਤ ਦੇ ਘਾਟ ਉਤਾਰਤਾ। ਇਹਨਾਂ ਵਿੱਚ ਜਨਰਲ ਬੈਚਲਰ ਦੀ ਲੜਕੀ ਜਿਹੜਾ ਸੀਗਾ ਕਮਾਂਡਰ ਜਨਰਲ ਐਲਬਰਟ ਬੈਚਲਰ ਵੀ ਸੀਗਾ ਚਿੱਲੀ ਹਵਾਈ ਸੈਨਾ ਦਾ। ਤਾਂ ਜਨਰਲ ਬੈਚਲਰ ਦੀ ਜਿਹੜੀ ਲੜਕੀ ਸੀਗੀ ਮਿਸਲ ਅਤੇ ਪਤਨੀ ਨੂੰ ਕੈਦ ਕਰ ਲਿਆ ਗਿਆ ਸੀਗਾ। ਅਤੇ ਅੱਜ ਦਾ ਸਾਡਾ ਟੌਪਿਕ ਸੀ ਵਰਤਮਾਨ ਲੋਕਤੰਤਰ ਦਾ ਵਿਕਾਸ, ਇਤਿਹਾਸ ਅਤੇ ਵਿਸਥਾਰ। ਵਰਤਮਾਨ ਲੋਕਤੰਤਰ ਦਾ ਇਤਿਹਾਸ, ਵਿਕਾਸ ਅਤੇ ਵਿਸਥਾਰ। ਤਾਂ ਅੱਗੇ ਅਗਲੀ ਅਸੀਂ ਪਾਠ ਦੇ ਵਿੱਚ ਇਹ ਤੋਂ ਅੱਗੇ ਪੜ੍ਹਾਂਗੇ।